गेट पंजाबी दे दानश्वर दर्शकों ते सुचेत ਸਰੋਤਿਆਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਵੱਖ-ਵੱਖ ਦਰਪੇਸ਼ ਕੌਮੀ ਮਸਲਿਆਂ ਦੇ ਉੱਤੇ ਸਾਡੇ ਧਾਰਮਿਕ, ਰਾਜਨੀਤਿਕ, ਪੰਥਕ ਹਰ ਮੁੱਦੇ ਦੇ ਉੱਤੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਹਾਂ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਰਥਕ ਰੂਪ ਵਿੱਚ ਅਸੀਂ ਨੀਝ ਲਗਾ ਕੇ ਇਹਨਾਂ ਪ੍ਰੋਗਰਾਮਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਕਿ ਆਉਣ ਵਾਲੀ ਪੀੜ੍ਹੀ ਲਈ, ਆਉਣ ਵਾਲੀ ਪਨੀਰੀ ਲਈ ਅਸੀਂ ਕੋਈ ਸਾਰਥਕ ਕਦਮ ਚੁੱਕ ਸਕੀਏ ਜਿਹੜਾ ਸਾਡਾ ਭਵਿੱਖ ਚੜ੍ਹਦੀ ਕਲਾਮਈ ਔਰ ਸੁਰੱਖਿਅਤ ਹੋ ਸਕੇ। ਦਰਅਸਲ ਜਦੋਂ ਵੀ ਕੋਈ ਚੀਜ਼ ਕੌਮਾਂ, ਜ਼ਿੰਦਾ ਕੌਮਾਂ, ਉਹਨਾਂ ਦੇ ਵਿੱਚ ਦਿੱਕਤਾਂ, ਤਕਲੀਫਾਂ ਆਉਂਦੀਆਂ ਹੀ ਰਹਿੰਦੀਆਂ ਹਨ। ਮਾਸਟਰ ਤਾਰਾ ਸਿੰਘ ਕਿਹਾ ਕਰਦੇ ਸੀ ਕਿ ਮੁਰਦਿਆਂ ਦੇ ਵਿੱਚ ਕਦੀ ਫੁੱਟ ਨਹੀਂ ਪੈਂਦੀ। ਅਗਰ ਦੀਵਾਰ ਬਣੇਗੀ, ਉਸ ਵਿੱਚ ਤਰੇੜ ਆਏਗੀ ਤਾਂ ਪਤਾ ਲੱਗੇਗੀ। ਅਗਰ ਜੇ ਇੱਟਾਂ ਦਾ ਢੇਰ ਹੋਏਗਾ, ਉਹਦੇ ਵਿੱਚ ਕਦੀ ਫੁੱਟ ਨਹੀਂ ਪਏਗੀ, ਕਦੀ ਤਰੇੜ ਨਹੀਂ ਆਏਗੀ, ਕਦੀ ਦਰਾਰ ਨਹੀਂ ਆਏਗੀ। ਪਰ ਇਹ ਦਰਾਰ, ਇਹ ਤਰੇੜ, ਇਹ ਫੁੱਟ ਸਾਰਥਕ ਹੋਣੀ ਚਾਹੀਦੀ ਹੈ। ਪੰਥਕ ਮੁੱਦਿਆਂ ਦੇ ਉੱਤੇ ਮਤਭੇਦ ਹੋਣੇ ਕੋਈ ਅਤਕਥਨੀ ਨਹੀਂ, ਕੋਈ ਅਜੀਬ ਗੱਲ ਨਹੀਂ, ਪਰ ਕੌਮੀ ਨਿਸ਼ਾਨੇ ਤੋਂ ਖੁੰਝਣਾ ਨਹੀਂ ਚਾਹੀਦਾ ਕਿਉਂਕਿ ਏਕ ਪਿਤਾ ਏਕ ਇਸਕੇ ਮੁਬਾਰਕ, ਸਾਡਾ ਵਾਲੀ ਇੱਕ ਹੈ, ਸਾਡਾ ਗ੍ਰੰਥ ਇੱਕ ਹੈ, ਸਾਡਾ ਗੁਰੂ ਇੱਕ ਹੈ, ਸਾਡਾ ਪੰਥ ਇੱਕ ਹੈ। ਇਸ ਕਰਕੇ ਜੇ ਤਾਂ ਅਸੀਂ ਆਪਣੇ ਆਪ ਨੂੰ ਪੰਥ ਦਾ ਅੰਗ ਸਮਝ ਕੇ, ਪੰਥ ਦਾ ਹਿੱਸਾ ਸਮਝ ਕੇ ਫਿਰ ਅਗਰ ਕੋਈ ਕਾਰਵਾਈ ਕਰਾਂਗੇ, ਫਿਰ ਉਹ ਕਲਗੀਧਰ ਪਿਤਾ ਆਪ ਸਹਾਈ ਹੋਏਗਾ। ਇੱਕ ਬਹੁਤ ਹੀ ਛੋਟੀ ਜੀ ਖਬਰ ਹੈ, ਬਹੁਤ ਮੁਖਤਸਰ ਸੰਖੇਪ ਖਬਰ ਹੈ, ਪਰ ਇਸ ਦਾ ਅਸਰ ਆਉਣ ਵਾਲੇ ਸਮੇਂ ਤੇ ਬਹੁਤ ਡੂੰਘਾ ਪਏਗਾ। ਉਹ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਬਣੀ ਕਮੇਟੀ ਨੇ ਇੱਕ ਨਿਰਣਾ ਲਿਆ ਔਰ ਇਹ ਐਲਾਨ ਕੀਤਾ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ 1984 ਦੇ ਹੋਏ ਸਿੱਖ ਕਤਲੇਆਮ, ਉਹਨਾਂ ਦੀ ਯਾਦਗਾਰ ਸ਼ਾਨਦਾਰ ਤਰੀਕੇ ਦੇ ਨਾਲ ਤਾਮੀਰ ਕੀਤੀ ਜਾਏਗੀ। ਦਰਅਸਲ ਉਹ ਜੋ ਖੂਨ ਡੁੱਲਿਆ ਸੀ, ਉਹ ਉਹਨਾਂ ਦਾ ਡੁੱਲਿਆ ਸੀ, ਉਹਨਾਂ ਦਾ ਕਸੂਰ ਇਹ ਸੀ ਕਿ ਕੇਵਲ ਉਹ ਸਿੱਖ ਸਨ। ਕੇਵਲ ਸਿੱਖ ਹੋਣ ਦੇ ਕਰਕੇ ਅਗਰ ਉਹਨਾਂ ਦਾ ਖੂਨ ਡੋਲਿਆ ਗਿਆ ਔਰ ਡੁੱਲਿਆ, ਤਾਂ ਜੇਕਰ ਗੁਰੂ ਨਾਨਕ ਪਾਤਸ਼ਾਹ ਨੇ ਵੀ ਅਗਰ ਮਾਸੂਮਾਂ ਦਾ, ਨਿਰਦੋਸ਼ਾਂ ਦਾ ਕਤਲੇਆਮ ਹੋਇਆ ਤਾਂ ਉਹਨਾਂ ਨੇ ਆਵਾਜ਼ ਦਿੱਤੀ ਸੀ, ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਇਹ ਵੀ ਇੱਕ ਕੌਮੀ ਤਰਾਸਦੀ ਸੀ ਔਰ ਇਹਨਾਂ ਦੀ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ ਔਰ ਇਹ ਨਿਰਣਾ ਸਹੀ ਹੈ। ਪਰ ਇਸ ਦੇ ਉੱਤੇ ਸ਼ਾਇਦ ਫਿਰ ਮਤਭੇਦ ਹੈ। ਮਤਭੇਦ ਹੋਣਾ ਮਾੜੀ ਗੱਲ ਨਹੀਂ, ਪਰ ਮਤਭੇਦ ਹਰ ਗੱਲ ਦੇ ਉੱਤੇ ਹੋ ਜਾਣਾ ਵੀ ਕੋਈ ਚੰਗੀ ਗੱਲ ਨਹੀਂ। ਅਸੀਂ ਇਸ ਦੇ ਉੱਤੇ ਉਹਨਾਂ ਦੇ ਨਾਲ ਗੱਲ ਕਰਾਂਗੇ ਜਿਹੜੇ ਇਸ ਸਾਰੇ ਵਰਤਾਰੇ ਦੇ ਪਾਤਰ ਹਨ। ਇਸ ਤੋਂ ਇਲਾਵਾ ਛੋਟੀਆਂ-ਛੋਟੀਆਂ ਦੋ ਸੁਰਖੀਆਂ ਹਨ, ਬਹੁਤ ਛੋਟੀਆਂ। ਪਹਿਲੀ ਹੈ ਸਿਡਨੀ ਆਸਟ੍ਰੇਲੀਆ ਦੀ ਦ ਪਿਕਚਰ, ਇੱਕ ਰਸਾਲਾ ਹੈ ਜਿਸ ਨੇ ਆਪਣੇ 30 ਜਨਵਰੀ ਦੇ ਅੰਕ ਦੇ ਉੱਤੇ ਇੱਕ ਨਿਹੰਗ ਸਿੰਘ ਦੀ ਤਸਵੀਰ ਅਰਦਾਸ ਕਰਦੇ ਦੀ ਔਰ ਉਸ ਦੇ ਨਾਲ ਉਹ ਇੱਕ ਵਾਹਿਯਾਤ, ਫਾਹਿਸ਼, ਅਸ਼ਲੀਲ ਮੈਗਜ਼ੀਨ ਹੈ, ਉਹਦੇ ਉੱਤੇ ਉਹਨੇ ਨਗਨ ਇਸਤਰੀਆਂ ਦੇ ਨਾਲ ਨਿਹੰਗ ਸਿੰਘ ਦੀ ਤਸਵੀਰ ਦਿੱਤੀ ਹੈ। ਫਿਰ ਨਾਲ ਲੇਖ ਵੀ ਲਿਖਿਆ ਹੈ ਔਰ ਉਹਦੇ ਵਿੱਚ ਦੱਸਿਆ ਹੈ ਕਿ ਨਿਹੰਗ ਸਿੰਘ ਕਿਸ ਨੂੰ ਕਹਿੰਦੇ ਹਨ, ਨਿਹੰਗ ਸਿੰਘ ਕੀ ਹੁੰਦਾ ਹੈ। ਉਹਦੇ ਵਿੱਚ ਜੋ ਇਹ ਅੰਕਿਤ ਕੀਤਾ ਹੈ, ਨਿਹੰਗ, ਇਹਨੂੰ ਕ੍ਰੋਕੋਡਾਈਲ ਨੂੰ ਨਿਹੰਗ ਕਹਿੰਦੇ ਹਨ ਜਾਂ ਨਿਹੰਗ ਨੂੰ ਕ੍ਰੋਕੋਡਾਈਲ ਕਹਿੰਦੇ ਹਨ। ਇਹ ਵੈਸੇ ਸਹੀ ਹੈ, ਪਰ ਜਿਸ ਤਰੀਕੇ ਦੇ ਨਾਲ ਉਸ ਨੂੰ ਅੰਕਿਤ ਕੀਤਾ ਗਿਆ
ਨਿਹੰਗ ਦਾ ਸ਼ਾਬਦਿਕ ਅਰਥ ਮਗਰਮੱਛ ਹੁੰਦਾ ਹੈ। ਇਹ ਜਿੰਨੀਆਂ ਡਿਕਸ਼ਨਰੀਜ਼ ਹਨ ਉਹਨਾਂ ਦਾ ਇਹ ਲਫ਼ਜ਼ ਉਹਨਾਂ ਦੇ ਵਿੱਚ ਹੈ, ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਰਸਾਲੇ ਦੇ ਵਿੱਚ ਸਿੱਖਾਂ ਦੀ ਦਸਤਾਰ ਨੂੰ ਯੂਜ਼ਲੈਸ ਕਰਕੇ ਲਿਖਿਆ ਹੈ, ਇਹ ਕਾਫੀ ਅਫਸੋਸਨਾਕ ਗੱਲ ਹੈ। ਯੂਨਾਈਟਿਡ ਸਿੱਖਸ ਨੇ ਉਪਰਾਲਾ ਕੀਤਾ ਔਰ ਉਹ ਹੁਣ ਉਸ ਰਸਾਲੇ ਨੇ ਆਪਣੇ ਉਸ ਆਰਟੀਕਲ, ਉਸ ਲੇਖ ਔਰ ਤਸਵੀਰ ਲਈ ਖੇਦ ਪ੍ਰਗਟ ਕੀਤਾ ਹੈ। ਦੂਸਰੀ ਖਬਰ, ਫਿਨਲੈਂਡ ਦੇ ਵਿੱਚ ਇੱਕ ਸਿੱਖ ਬੱਸ ਡਰਾਈਵਰ ਸੁਖਦਰਸ਼ਨ ਸਿੰਘ ਗਿੱਲ, ਇਹਨਾਂ ਨੇ ਆਪਣੀ ਨੌਕਰੀ ਦੇ ਦੌਰਾਨ ਜਦੋਂ ਇਹ ਆਪਣੀ ਦਸਤਾਰ ਪਾ ਕੇ ਗਏ ਤਾਂ ਇਹਨਾਂ ਦੇ ਮਾਲਕਾਂ ਨੇ, ਕੰਪਨੀ ਨੇ ਇਤਰਾਜ਼ ਕੀਤਾ ਔਰ ਇਹਨਾਂ ਨੂੰ ਆਦੇਸ਼ ਦਿੱਤਾ ਕਿ ਇਹ ਦਸਤਾਰ ਪਹਿਨ ਕੇ ਆਪਣੀ ਨੌਕਰੀ ਨਹੀਂ ਕਰ ਸਕਦੇ। ਦਰਅਸਲ ਫਿਨਲੈਂਡ ਇੱਕ ਸਕੈਂਡੀਨੇਵੀਅਨ ਮੁਲਕ ਹੈ, ਪਰ ਉੱਥੇ ਜਿਹੜੇ ਹੋਰ ਸਕੈਂਡੀਨੇਵੀਅਨ ਮੁਲਕ ਹਨ ਜਿਨ੍ਹਾਂ ਵਿੱਚ ਫਿਨਲੈਂਡ, ਨਾਰਵੇ, ਡੈਨਮਾਰਕ, ਉਹਨਾਂ ਸਾਰਿਆਂ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਉੱਥੇ ਦਸਤਾਰ ਦੇ ਨਾਲ ਉਹ ਬੱਸਾਂ ਵੀ ਚਲਾਉਂਦੇ ਹਨ, ਆਪਣੇ ਕੰਮਕਾਜ ਵੀ ਕਰਦੇ ਹਨ, ਅਫਸਰ ਵੀ ਹਨ ਔਰ ਸਰਕਾਰੀ ਕਰਮਚਾਰੀ ਵੀ ਹਨ। ਪਰ ਇਹਨਾਂ ਨੂੰ ਇਸ ਕਰਕੇ ਇਹ ਦਿੱਕਤ ਆਈ ਹੈ ਔਰ ਉਮੀਦ ਹੈ ਕਿ ਇਹ ਕੇਸ ਪੰਥ ਨੂੰ, ਪੰਥਕ ਸੰਸਥਾਵਾਂ ਨੂੰ ਆਪਣੇ ਕੋਲ ਲੈ ਕੇ ਇਸ ਦਾ ਨਿਪਟਾਰਾ ਕਰਨਾ ਚਾਹੀਦਾ। ਦਰਅਸਲ ਮਸਲਾ ਇਹ ਹੈ ਕਿ ਸਾਨੂੰ ਹਾਲੇ ਤੱਕ ਆਪਣੀ ਪਛਾਣ ਬਾਰੇ ਦੱਸਣਾ ਪੈਂਦਾ ਹੈ। ਗਾਲਿਬ ਨੇ ਕਿਹਾ ਸੀ, वो हमसे पूछते हैं बताओ गालिब कौन है, कोई हमें बताए कि हम उन्हें बतलाएं क्या। साडी त्रासदी ये है कि कदे तां सानू कहना पैंदा है असीं, कदे तां सानू ये कहना पैंदा है असीं हम हिंदू नहीं, फिर इत्थे कदे कहना पैंदा है असीं मुसलमान नहीं। ये जिहड़ी साडी ट्रैजडी है, सानू जिन्नी देर तक वो अकाली हुक्म के अनुसार नहीं कवांगे ना हम हिंदू ना मुसलमान, अलो राम के पिंड परान, हमरा झगड़ा रहा ना कहू, पंडित मुल्ला छाड़े दऊ, पंडित मुल्ला जो लिख दिया छोड़ चले हम कछू ना लिया। पर अपनी पछाण नूं बरकरार रखना एक काफ़ी संघर्षमई काम है। दिल्ली दे विच रकाबगंज साहब दे विच 1984 दे कतलेआम, सरकारी शह दे उत्ते होए कतलेआम दे बारे यादगार बनाने दे उत्ते उस मसले ते सानू उम्मीद है साडे नाल सर परमजीत सिंह जी सरना, जिहड़े काफ़ी साल दिल्ली सिख गुरुद्वारा प्रबंधक कमेटी की मैनेजमेंट कमेटी के प्रधान रहे, और उन्हां दे भराता वो साडे नाल शायद लाइन ते जुड़ चुके हैं। हैलो, हाँ जी, हाँ जी, हाँ जी, वाहिगुरू जी का खालसा वाहिगुरू जी की फतेह। वाहिगुरू जी की फतेह। सरना साहब, गेट पंजाबी चैनल दे राही अमरीका और कैनेडा दियां संगतां दे रूबरू होण लई तुहाडा बहुत बहुत धन्नवाद और तुहाडा निੱਘਾ स्वागत है। जी आयां नूं, वाहिगुरू जी का खालसा वाहिगुरू जी फतेह। वाहिगुरू जी की। सरना साहब, ये जिहड़ा दिल्ली दे विच 1984 दे विच सरकारी शह ते और कांग्रेस स्पॉन्सर्ड शह दे उत्ते जिहड़ा दिन दिहाड़े शरेआम कई दिन तक लगातार सिखां दा शिकार किया गया, कतलेआम होया, इस दी मिसाल शायद दुनिया भर दे विच किधरे भी नहीं मिलती। और इतने साल बीत गए पर उसकी अजे तक कोई यादगार या कोई ऐसा मैमोरीयल नहीं बनया। नहीं तो आम तौर पर जिथे भी किधरे कोई ऐसी घटना वापर जाए, एक बंदा मर जाए, दो मर जाण, छोटियां छोटियां घटनावां दीयां यादगारां बन जांदियां। ये तुसी की समझदे हो क्यों नहीं बन सकी? इहदे विच किस दी गलती या कोताही सी या अणगहली सी या कोई जानबूझ के इस नूं नहीं कीता गया? तुसी मैंने दसो जी बई सिक्खां ने किदी सन 47 तो बाद किदी यादगार बनाई जाएगी? जी जी, हुणे 1 साल पहला दरबार साहब च जिहड़ा अटैक होया वो यादगार बनाई गई गुरुद्वारे दे रूप विच जी। और सन 47 ਦੇ ਵਿੱਚ ਕਤਲੋ ਗੈਰਤ ਹੋਈ, 1.5 ਲੱਖ ਸਿੱਖ ਮਾਰਿਆ ਗਿਆ, ਘਰੋਂ ਬਕਾਰ ਹੋ ਗਏ, ਕਿਸੇ ਨੇ ਯਾਦਗਾਰ ਬਣਾਈ? ਜੀ ਜੀ। ਉਸ ਤੋਂ ਬਾਅਦ 78 ਦੇ ਵਿੱਚ, ਫਿਰ ਉਸ ਤੋਂ ਬਾਅਦ ਇਹਨਾਂ ਦੇ ਮੋਰਚਿਆਂ ਦੇ ਵਿੱਚ ਜੀ ਇਹਨਾਂ ਕਿੱਥੇ ਯਾਦਗਾਰ ਬਣਾਈ ਹੈ? ਇਹ ਗਲਤੀ ਸਾਡੀ ਆਪਣੀ ਹੈਗੀ ਜੀ। ਅਸੀਂ ਭਾਵੇਂ ਕਿਉਂਕਿ ਅਸੀਂ ਵੀ
ਅਕਾਲੀ ਹਾਂ ਤੇ ਅਸੀਂ ਕਹਿ ਸਕਦੇ ਹਾਂ ਗਲਤੀ ਸਾਡੀ ਹੈ ਜੀ ਤੇ ਜੀ ਸਾਡੀ ਸੋਚ ਇਸ ਪਾਸੇ ਰਹੀ ਨਹੀਂ। ਜੀ ਮੇਰੇ ਖਿਆਲ ਹੈ ਸਰਨਾ ਸਾਹਿਬ ਤੁਸੀਂ ਸ਼ਾਇਦ ਭੁੱਲ ਰਹੇ ਹੋ 1978 ਦੀ ਯਾਦਗਾਰ ਜਿਹੜੀ ਥਾਂ ਦੇ ਉੱਤੇ ਸਾਕਾ ਹੋਇਆ ਸੀ ਉਸ ਥਾਂ ਦੇ ਉੱਤੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਔਰ ਉਹਦੀ ਯਾਦਗਾਰ ਹੈ, ਉਹਦੀ ਯਾਦਗਾਰ ਹੈ। ਜੇ ਉਸ ਤੋਂ ਪਹਿਲੇ ਅਗਰ ਯਾਦਗਾਰ ਦੀ ਗੱਲ ਕੀਤੀ ਜਾਏ ਤਾਂ ਜਿਹੜਾ ਸਾਰਾਗੜੀ ਦਾ ਹੈ ਉਹਦੀ 2 ਥਾਵਾਂ ਦੇ ਉੱਤੇ ਅੰਮ੍ਰਿਤਸਰ ਸਾਹਿਬ ਵੀ ਤੇ ਫਿਰੋਜ਼ਪੁਰ ਵਿੱਚ ਵੀ ਉਹਨਾਂ ਦੀ ਯਾਦਗਾਰ ਬਣੀ ਹੋਈ ਹੈ। ਦੇਖੋ ਸਾਰਾਗੜੀ ਦਾ ਗੁਰਦੁਆਰਾ ਜਿਹੜਾ ਯਾਦਗਾਰ ਬਣੀ ਹੈ ਨਾ ਜੀ ਉਹ ਹੈਗੀ ਸੀ ਕਿ ਜਿਹੜੇ ਮਿਲਟਰੀ ਐਕਸ਼ਨ ਵਿੱਚ ਉਹ ਸ਼ਹੀਦ ਹੋਏ ਜੀ ਜੀ ਉਹਨਾਂ ਦੀ ਯਾਦਗਾਰ ਬਣਾਈ ਗਈ ਇਸ ਵਾਸਤੇ ਕਿ ਲੋਕੀ ਤੋਂ ਪ੍ਰੇਰਿਤ ਹੋ ਸਕਣ। ਉਹ ਤਾਂ ਸਮਝ ਲਓ ਉਸ ਵਕਤ ਦੀ ਜਿਹੜੀ ਮਿਲਟਰੀ ਵਾਲਿਆਂ ਨੇ ਬਣਾਈ ਜਾਂ ਸਰਕਾਰ ਨੇ ਜਗ੍ਹਾ ਦੇ ਕੇ ਬਣਾਈ ਜੀ, ਅਸੀਂ ਕਿਹੜੀ ਬਣਾਈ ਹੈਗੀ ਜੀ 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 ਨਹੀਂ ਉਹ ਸਰਕਾਰ ਦੀ ਜਗ੍ਹਾ ਨਹੀਂ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਈ ਹੈ। ਜਿਹੜਾ ਸਾਰਾਗੜੀ ਦਾ ਹੈ ਉਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਯਾਦਗਾਰ ਬਣਾਈ। ਦੇਖੋ ਮੇਰੇ ਜਿਤਨਾ ਤੁਹਾਨੂੰ ਇਤਿਹਾਸ ਦੀ ਜਾਣਕਾਰੀ ਹੈਗੀ ਉਤਨੀ ਮਿਹਨਤ ਨਹੀਂ ਹੈ ਜੀ, ਪਰ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਉਹ ਜਿਹੜੀ ਸੀ ਉਹ ਮਿਲਟਰੀ ਵਾਲਿਆਂ ਦੇ ਦਾ ਕਰਕੇ ਬੜੀ ਹੈ, ਫੌਜ ਕਰਕੇ ਬੜੀ ਹੈ ਜੀ 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 ਹਾਂਜੀ ਠੀਕ ਹੈ। ਸੋ ਉਹ ਤਾਂ ਫਿਰ ਜਿੰਨੇ ਵੀ ਗੁਰਦੁਆਰੇ ਸਨ ਦੇਖੋ ਜਿਹੜੇ ਬਣੇ ਬਾਅਦ ਜਿੰਨੇ ਗੁਰਦੁਆਰੇ ਸਨ ਸਾਰੇ ਸ਼੍ਰੋਮਣੀ ਕਮੇਟੀ ਕੋਲ ਆ ਗਏ ਜੀ 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 ਹਾਂਜੀ। ਮੈਂ ਇਹ ਬੇਨਤੀ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਹੁਣ ਜਲਿਆਂਵਾਲੇ ਬਾਗ ਦੇ ਵਿੱਚ ਹੋਇਆ ਉਹ ਕਤਲੇਆਮ ਹੋਇਆ ਅੰਗਰੇਜ਼ ਸਰਕਾਰ ਵੇਲੇ ਹੋਇਆ, ਅੰਗਰੇਜ਼ਾਂ ਨੇ ਕੋਈ ਇਤਰਾਜ਼ ਨਹੀਂ ਕੀਤਾ ਜੇਕਰ ਉਹ ਗੋਲੀਆਂ ਦੇ ਨਿਸ਼ਾਨ ਵੀ ਸਾਂਭ ਕੇ ਰੱਖੇ। ਹਾਲਾਂਕਿ ਇੰਨਾ ਪੁਰਾਣਾ ਇਨਸੀਡੈਂਟ ਸੀ, ਉਸ ਤੋਂ ਬਾਅਦ ਕਈ ਦਹਾਕੇ ਅੰਗਰੇਜ਼ ਹਿੰਦੁਸਤਾਨ ਦੇ ਵਿੱਚ ਰਾਜ ਕੀਤੇ ਪਰ ਉਹਨਾਂ ਨੇ ਕਿਸੇ ਵੀ ਨਿਸ਼ਾਨੀ ਨੂੰ ਮਿਟਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਇੱਕ ਵੀ ਗੋਲੀ ਦਾ ਨਿਸ਼ਾਨ ਨਹੀਂ ਮਿਟਾਇਆ। ਪਰ ਇਹ ਕੀ ਕਾਰਨ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਹੋਏ ਹਮਲੇ, ਦਿੱਲੀ ਦੇ ਵਿੱਚ ਹੋਏ ਕਤਲੇਆਮ, ਉਹਦੀ ਲੋਕਾਂ ਦੀ ਯਾਦਾਸ਼ਤ ਚੋਂ ਵੀ ਔਰ ਅਮਲੀ ਤੌਰ ਤੇ ਵੀ ਹਰ ਚਿੰਨ੍ਹ ਨੂੰ ਮਿਟਾਉਣ ਦੀ ਕਿਉਂ ਕੋਸ਼ਿਸ਼ ਕੀਤੀ ਜਾ ਰਹੀ ਹੈ? ਦੇਖੋ ਪਹਿਲੀ ਗੱਲ ਤਾਂ ਹੈਗੀ, ਦੇਖੋ ਮੇਰੀ ਗੱਲ ਸੁਣੋ, ਜਿਹੜੇ ਦਿੱਲੀ ਦੇ ਵਿੱਚ ਕਤਲ-ਗਾਰਤ ਹੋਈ ਹੈ ਉਹ ਲੋਕਾਂ ਦੇ ਘਰਾਂ ਵਿੱਚ ਹੋਈ ਹੈ, ਲੋਕਾਂ ਦੇ ਮੁਹੱਲਿਆਂ 'ਚ ਹੋਈ ਹੈ, ਲੋਕਾਂ ਦੀਆਂ ਗਲੀਆਂ 'ਚ ਹੋਈ ਹੈ। ਉਹ ਆਪਣੇ ਮਕਾਨ ਮਕੂਨੀ ਵੇਚ ਕੇ ਚਲੇ ਗਏ ਸਾਲ ਬਾਅਦ 6 ਮਹੀਨੇ ਬਾਅਦ ਜਿਹੜੀਆਂ ਉਹਨਾਂ ਦੀਆਂ ਜਗ੍ਹਾ ਸਨ। ਜਿਸ ਤੱਕ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਅੰਦਰ ਨਹੀਂ, ਤੁਹਾਡਾ ਮਤਲਬ ਦਿੱਲੀ ਹੁਣ ਕੋਈ ਬੰਦੇ ਨਹੀਂ ਹੈਗੇ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਲੋਕਾਂ ਦੇ ਘਰਾਂ ਮਹੱਲਿਆਂ 'ਚ, ਯਾਨੀ ਬਾਜ਼ਾਰਾਂ ਦੇ ਵਿੱਚ ਔਰ ਸੜਕਾਂ ਤੇ ਨਹੀਂ ਹੋਈ? ਆਮ ਖੁੱਲ੍ਹੇਆਮ ਗੁਰਦੁਆਰੇ ਕਿੰਨੇ ਜਲਾਏ ਗਏ ਜੀ? ਇੱਕ ਮੇਰੀ ਗੱਲ ਸੁਣੋ, ਤੁਸੀਂ ਨਾ ਮੇਰੀ ਗੱਲ ਨੂੰ ਸਮਝ, ਮੈਂ ਕੀ ਕਹਿ ਰਿਹਾ, ਮੈਂ ਇਹ ਕਹਿ ਰਿਹਾ ਕਿ ਜਿਹੜੀ ਉਸ ਜਗ੍ਹਾ ਯਾਦਗਾਰ ਨਹੀਂ ਬਣੀ ਜੀ, ਕਿਉਂਕਿ ਇਹ ਘਟਨਾ ਜਿਹੜੀ ਹੋਈ ਹੈ ਜਲਿਆਂਵਾਲੇ ਬਾਗ ਦੀ, ਇਹ ਉਸ ਬਾਗ ਦੇ ਵਿੱਚ ਹੋਈ ਹੈ, ਉਸ ਗਰਾਊਂਡ 'ਚ ਹੋਈ ਹੈ ਜਿੱਥੇ ਲੋਕੀ ਜਲਸਾ ਕਰਦੇ ਸਨ ਜੀ ਜੀ ਜੀ, ਉਹ ਜਗ੍ਹਾ ਐਜ਼ ਇਜ਼ ਟੱਟ ਰਹੀ ਹੈ ਜੀ ਜੀ। ਇਹ ਜਿਹੜੀਆਂ ਸਨ ਇਹ ਤੇ ਪਤਾ ਨਹੀਂ ਕੋਈ ਦਿੱਲੀ ਵਿੱਚ 4000 ਮਕਾਨ ਸੜੇ ਹੋਣੇ ਆ, ਦੁਕਾਨਾਂ ਸੜੀਆਂ ਹੋਣੀਆਂ, ਫੈਕਟਰੀਆਂ ਸੜੀਆਂ ਹੋਣੀਆਂ ਜੀ। ਉਹ ਆਪਣੀਆਂ ਉਹ ਜਿਹੜੇ ਘਰ ਸਨ ਜਿੱਥੇ ਗਲੀ 'ਚ ਮੁਹੱਲੇ ਸੀ ਉੱਥੇ ਥੋੜੀ ਕਿਸੇ ਨੇ ਕੁਝ ਹੁੰਦਾ ਤੇ ਪੜਾ ਦਿੰਦਾ ਜੀ, ਪਰ ਕਿਸੇ ਨੇ ਨਾ ਕਿਸੇ ਆਪਣੇ ਘਰ ਨੂੰ ਵਰਤਣ ਦਿੱਤਾ, ਨਾ ਕਿਸੇ ਕਿਹਾ ਵੀ ਹੁਣ ਗੁਰਦੁਆਰਾ ਹੈ ਜਿੱਥੇ ਗ੍ਰਹਿਣ ਦਿੱਤਾ ਜਾਵੇ ਜੀ ਜੀ। ਇਸ ਵਾਸਤੇ ਜੇ ਤੇ ਇੱਕ ਜਗ੍ਹਾ ਦੇ ਉੱਤੇ ਅਟੈਕ ਹੋਇਆਗਾ ਤਾਂ ਉਹਦੀ ਯਾਦਗਾਰ ਚਾਹ बढ़ती ਜੀ। ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਵੀ ਜਿਹੜੀਆਂ ਦਰਬਾਰ ਸਾਹਿਬ ਅੰਦਰ ਗੋਲੀਆਂ ਲੱਗੀਆਂ ਸਨ ਜੀ ਉਹ ਕਿਸ ਨੇ ਹਟਾਈਆਂ ਜੀ ਜੀ? ਬਿਲਕੁਲ ਬਿਲਕੁਲ, ਕਿਸੇ ਖਤਮ ਕੀਤੀਆਂ ਜੀ ਜੀ ਜੀ, ਅਸੀਂ ਕੀਤੀਆਂ ਨਾ, ਅਸੀਂ ਕਿਸੇ ਨੂੰ ਹੋਰ ਕੀ ਦੋਸ਼ ਦਿਆਂਗੇ? ਕਿਸੇ ਨੇ ਅੰਦਰ ਜਾ ਕੇ ਕਿਹਾ ਸੀ ਵੀ ਅੱਛਾ ਜੀ ਇਹ ਗੋਲੀਆਂ ਤੁਸੀਂ ਹਟਾਉਂਦੇ ਹੋ ਤੇ ਅਸੀਂ ਸਾਫ਼ ਕਰਦੇ ਆ। ਸੋ ਇਹਦਾ ਮਤਲਬ ਬਿਲਕੁਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੈਂ ਵੀ ਉਹੀ ਗੱਲ ਕਹਿ ਰਿਹਾ ਕਿ ਜਿੱਥੇ ਤੱਕ ਤਾਂ ਹੋਰ ਜਲਿਆਂਵਾਲੇ ਬਾਗ ਦੂਜੀ ਤੀਜੀ ਜਗ੍ਹਾ ਸੀ, ਪਰ ਉਸ ਤੋਂ ਬਾਅਦ ਜੋ ਦਰਬਾਰ ਸਾਹਿਬ ਦੇ ਵਿੱਚ ਹੋਇਆ ਉਹ ਸਿੱਖਾਂ ਦੇ ਕੋਲੋਂ ਹੀ ਹਟਵਾਈਆਂ ਗਈਆਂ। ਔਰ ਇਹ ਵੀ ਕੋਈ ਅਗਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੇਖੋ ਲਾਬਾ ਸਾਹਿਬ ਮੇਰੀ ਗੱਲ ਸੁਣੋ ਜੀ ਜੀ, ਇੱਕ ਨਾ ਤੁਸੀਂ ਇਹ ਨਹੀਂ ਗੱਲ ਹੈਗੀ ਸਿੱਖਾਂ ਕੋਲ ਹਟਵਾਈਆਂ ਗਈਆਂ ਜੀ, ਜਿਹੜੇ ਸਿੱਖ ਉੱਥੇ ਪਿਛਲੇ ਕਈ ਸਾਲਾਂ ਦੇ ਉੱਤੇ ਉਹਦਾ ਨਾਂ ਜੀ ਉਸਦੇ ਪ੍ਰਬੰਧ ਸਨ, ਉਹਨਾਂ ਦੇ ਕੋਲ ਸਨ, ਉਹਨਾਂ ਬਾਕੀ ਦੇ ਗੱਲਾਂ ਮੰਨੀਆਂ ਨਹੀਂ ਆ। ਜਿਹੜੀ ਤੁਹਾਡੇ ਕਹਿਣ ਦਾ ਮਤਲਬ ਇਹ ਹੋ ਗਿਆ ਵੀ ਉਸ ਵਕਤ ਦੇ ਨੇ ਫਿਰ ਉਹਨਾਂ ਨਾਲ ਰਲ ਕੇ ਕੰਮ ਕੀਤਾ ਤਾਂ ਢਾਈਆਂ ਗਈਆਂ, ਜੇ ਉਹਨਾਂ ਦੀ ਗੱਲ ਮੰਨਦੇ ਸਨ ਤਾਂ। ਦੇਖੋ ਮੈਂ ਸਰਨਾ ਸਾਹਿਬ ਮੈਂ ਉਹੀ ਬੇਨਤੀ ਕਰ ਰਿਹਾ ਕਿ ਇਹਦੇ ਵਿੱਚ ਕੋਈ ਅਤਕਥਨੀ ਨਹੀਂ। ਜਦੋਂ ਦਿੱਲੀ ਤੋਂ ਸਰਦਾਰ ਹਰਚਰਨ ਸਿੰਘ ਗਏ ਸੀ ਔਰ ਉਹਨਾਂ ਨੇ ਜਾ ਕੇ ਉਹ ਕਿਹਾ ਜੀ ਅਸੀਂ ਇਹਨੂੰ ਸੋਹਣਾ ਬਣਾਵਾਂਗੇ, ਠੀਕ ਕਰਾਂਗੇ, ਉਹ ਸਾਰੇ ਨਿਸ਼ਾਨ ਮਿਟਾ ਦਿੱਤੇ ਗਏ।
ਇਹਦੇ ਵਿੱਚ ਤੇ ਕੋਈ ਦੋ ਰਾਏ ਨਹੀਂ ਹੈਗੀਆਂ। ਪਰ ਅੱਜ ਅਸੀਂ ਨਹੀਂ ਇਸ ਤੋਂ ਇਨਕਾਰ ਕਰਦੇ ਹੋ ਤੁਸੀਂ? ਨਹੀਂ ਦੇਖੋ ਗੱਲ ਸੁਣੋ, ਇਸ ਤਰ੍ਹਾਂ ਨਹੀਂ ਹੈਗਾ। ਤੁਸੀਂ ਉਂਝ ਖਾਮਖਾ ਉਹਦਾ ਨਾਂ ਕੀ ਆਨਾ, ਇਹ ਨਹੀਂ ਹੈ ਕਿ ਇਹ ਸੀ ਕਿ ਸ਼੍ਰੋਮਣੀ ਕਮੇਟੀ ਦੀ ਫਾਈਨੈਂਸ਼ੀਅਲ ਪੋਜੀਸ਼ਨ ਇਤਨੀ ਇਸ ਤਰ੍ਹਾਂ ਦੀ ਸੀ ਜੀ ਕਿ ਉਹ ਕੋਈ ਸੰਗਤ ਦਾ ਰੁਝਾਨ ਘਟ ਗਿਆ ਸੀ, ਸਭ ਕੁਝ ਸੀ, ਤੇ ਉਹਨਾਂ ਨੇ ਫਿਰ ਕਿਹਾ ਵੀ ਚਲੋ ਜੀ ਤੁਸੀਂ ਲਿਆ ਕੇ ਸਫੇਦੀਆਂ ਕਰਾਓ। ਹਾਂਜੀ, ਉਹਨਾਂ ਨੇ ਨਿਸ਼ਾਨ ਨਹੀਂ ਭਰੇ। ਇਸ ਤਰ੍ਹਾਂ ਨਾ ਆਪਾਂ ਇਹ ਨਾ ਕਹੀ ਹੈ ਨਿਸ਼ਾਨ ਜੇ ਭਰੇ ਗਏ। ਅੱਛਾ ਚਲੋ ਮੈਂ ਕਹਿ ਰਿਹਾ ਜੀ ਭਰਿਆ ਹੀ ਸਹੀ ਜੀ, ਪਰ ਤੁਸੀਂ ਉਸ ਨੂੰ ਦੇਖੋ, ਉਸ ਨੂੰ ਇਹ ਨਾ ਕਰੋ ਸਾਰੀ ਜ਼ਿੰਦਗੀ ਜਿਹੜਾ ਹੈ ਸਰਕਾਰ ਦੇ ਖਿਲਾਫ ਲੜਦਾ ਰਿਹਾ ਹੈ। ਜੀ ਜੀ ਜੀ, ਉਹ ਵੀ ਜੇ ਮੇਰੀ ਅਟਕਤਰੀ ਨਹੀਂ ਹੁਣ ਮੈਂ ਉਹ ਵੀ ਉਹਨਾਂ ਦੇ ਕਹਿਣ ਦੇ ਉੱਤੇ ਇੱਕ ਫੰਡ ਬਣਿਆ ਜੀ। ਉਹ ਫੰਡ ਬਣ ਕੇ ਜਿਹਦੇ ਚ ਇੰਦਰਪਾਲ ਸਿੰਘ ਖਾਲਸਾ ਸੀ, ਜਥੇਦਾਰ ਬਿਲਕੁਲ ਹਾਂਜੀ, ਮੇਰੀ ਯਾਦਾਸ਼ਤ ਠੀਕ ਹੋਵੇ ਤਾਂ ਪ੍ਰੋਫੈਸਰ ਦਰਸ਼ਨ ਸਿੰਘ ਵੀ ਇਸ ਕਮੇਟੀ ਵਿੱਚ ਬਿਲਕੁਲ 3 ਬੰਦੇ ਸੀ, ਪ੍ਰੋਫੈਸਰ ਦਰਸ਼ਨ ਸਿੰਘ, ਹਰਚਰਨ ਸਿੰਘ ਕੋਲੇਵਾਲੇ ਔਰ ਇਹਨਾਂ ਨੇ ਸਫੇਦੀਆਂ ਕਰਾਈਆਂ, ਇਹਨਾਂ ਨੇ ਗੋਲੀਆਂ ਦੇ ਨਿਸ਼ਾਨ ਨਹੀਂ ਭਰੇ ਜੀ। ਇੱਕ ਗੱਲ ਇਹ ਮੈਨੂੰ ਦੱਸੋ, ਮੈਨੇਜਮੈਂਟ ਦੇਖੋ ਮੇਰੀ ਗੱਲ ਸੁਣੋ, ਮੈਨੇਜਮੈਂਟ ਤੇ ਸ਼੍ਰੋਮਣੀ ਕਮੇਟੀ ਦੀ ਸੀ ਜੀ, ਬਿਲਕੁਲ ਮੈਂ ਤਾਂ ਕਹਿ ਰਿਹਾ ਮੈਂ ਕੋਈ ਦੀ ਸੀ ਜੀ ਜੀ। ਜੇ ਉਹਦਾ ਨਾਮ ਜੇ ਅੱਜ ਮੈਂ ਕਹਾਂ ਅੱਛਾ ਜੀ ਕਰ ਉਹਦਾ ਕਹਿ ਸਫੇਦੀਆਂ ਕਰਾਓ ਜੀ, ਗੋਲੀਆਂ ਭਰਨ ਦੇ ਕੀ ਨਿਸ਼ਾਨ? ਬਿਲਕੁਲ ਮੈਂ ਸਰਨਾ ਸਾਹਿਬ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਮੈਂ ਇੱਕ ਵਿਅਕਤੀ ਦਾ ਇੱਕ ਨਹੀਂ ਕਹਿ ਰਿਹਾ, ਮੈਂ ਤਾਂ ਕਹਿ ਰਿਹਾ ਕਿ ਸਾਰਿਆਂ ਦੇ ਮਿਲਵਰਤਣ ਦੇ ਨਾਲ ਸਾਂਝੇ ਤੌਰ ਤੇ, ਪਰ ਇਹ ਜਿਹੜਾ ਕਾਰਜ ਵੀ ਹੋਇਆ ਸਿੱਖਾਂ ਦੇ ਕੋਲੋਂ ਹੀ ਕਰਵਾਇਆ। ਜਿਹੜਾ ਉਹਨਾਂ ਨੂੰ ਕੰਮ ਮਿਲਿਆ ਸੀ ਉਹ ਇਹ ਕੰਮ ਮਿਲਿਆ ਸੀ ਉਹਨਾਂ ਨੂੰ ਸਫੇਦੀ ਕਰਾਉਣ ਦਾ ਜੀ। ਜਿਹੜੀਆਂ ਅੱਗਾਂ ਲੱਗੀਆਂ ਸਨ ਉਹ ਸੀ, ਇਹ ਨਹੀਂ ਸੀ ਅੱਛਾ ਜੀ ਤੁਸੀਂ ਇਹ ਨਾ ਕਹੋ ਅੱਛਾ ਜੀ ਦਿੱਲੀ ਦੇ ਸਿੱਖਾਂ ਨੇ ਸਰਕਾਰ ਵੱਲੋਂ ਇੱਕ ਸਿੱਖ ਨੂੰ ਭੇਜਤਾ ਉੱਤੇ ਜਾਵੇ ਜੀ। ਅੱਛਾ ਚਲੋ ਸਰਨਾ ਸਾਹਿਬ ਜਿਹੜੀ ਹੁਣ ਜਿਹੜਾ ਦਿੱਲੀ ਦੇ ਆਪਾਂ ਗੱਲ ਕਰੀਏ, ਕਿਉਂਕਿ ਅੱਜ ਅਸੀਂ ਦਿੱਲੀ, ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਹੁਣ ਨਵੀਂ ਮੈਨੇਜਮੈਂਟ ਕਮੇਟੀ ਹੈ, ਉਹਨੇ ਨਿਰਣਾ ਲਿਆ ਹੈ ਕਿ ਅਸੀਂ ਉਹਦੀ ਯਾਦਗਾਰ ਬਣਾਵਾਂਗੇ। ਕਿਉਂਕਿ ਉਹ ਜਿਹੜਾ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਨੈਚੁਰਲੀ ਜਿਹੜਾ 4000 ਘਰ ਸਾੜ ਦਿੱਤੇ ਗਏ, ਔਰ ਜੇ 4000 ਘਰ ਸਾੜੇ ਗਏ ਤਾਂ ਉਹਦੇ ਵਿੱਚ ਪਰਿਵਾਰ ਕਿੰਨੇ ਹੈ, ਕਿੰਨੇ ਜੀ ਹੈ, ਅਗਰ ਉਹਨੂੰ ਜੇ ਜ਼ਰਬ ਦੇ ਲਈਏ ਤਾਂ ਬਹੁਤ ਵੱਡੀ ਗਿਣਤੀ ਬਣਦੀ ਹੈ। ਤੁਸੀਂ ਬਿਲਕੁਲ ਸਹੀ ਫਰਮਾ ਰਹੇ ਹੋ, ਪਰ ਨੈਚੁਰਲੀ ਕੁਦਰਤੀ ਤੌਰ ਦੇ ਉੱਤੇ ਹਰ ਥਾਂ ਤੇ ਯਾਦਗਾਰ ਨਹੀਂ ਬਣੇਗੀ। ਉਹਨਾਂ ਦੀ ਸਾਂਝੀ ਯਾਦਗਾਰ ਜਿਹੜੀ ਹੈ ਕਿਧਰੇ ਨਾ ਕਿਧਰੇ ਇੱਕ ਬਣੇਗੀ ਜੀ, ਬਣਨੀ ਚਾਹੀਦੀ ਹੈ। ਠੀਕ ਹੈ ਨਾ ਜੀ। ਸੋ ਅਗਰ ਉਹ ਯਾਦਗਾਰ ਬਣਦੀ ਹੈ ਔਰ ਸਾਂਝੀ ਥਾਂ ਦੇ ਉੱਤੇ ਬਣਦੀ ਹੈ ਤੇ ਕੀ ਉਹਦੇ 'ਚ ਤੁਹਾਨੂੰ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ? ਦੇਖੋ ਗੱਲ ਹੈਗੀ ਜੀ ਕਿ ਅਸੀਂ ਤਕਰੀਬਨ 1.5 ਸਾਲ ਪਹਿਲਾਂ ਸਰਨਾ ਸਾਹਿਬ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ 1 ਮਿੰਟ ਲਈ ਤੁਹਾਨੂੰ ਤਕਲੀਫ ਦਿੰਨੇ ਆ, ਉਹਦੇ ਬਾਅਦ ਇਸ ਨੂੰ ਫਿਰ ਪਲੀਜ਼ ਤੁਸੀਂ ਲਾਈਨ ਤੇ ਰਹਿਣਾ, ਤੁਸੀਂ ਬਹੁਤ ਅਹਿਮ ਜਾਣਕਾਰੀ ਦੇ ਰਹੇ ਹੋ ਜੀ। ਇੱਕ ਵਕਫੇ ਦੇ ਬਾਅਦ ਹਾਜ਼ਰ ਹੁੰਨੇ ਆ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਤੇ ਸੁਚੇਤ ਸਰੋਤਿਆਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਨੂੰ ਖੁਸ਼ੀ ਹੈ ਕਿ ਸਾਡੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹਿ ਚੁੱਕੇ ਪ੍ਰਧਾਨ ਸਰ ਪਰਮਜੀਤ ਸਿੰਘ ਸਰਨਾ, ਉਹ ਸਾਡੇ ਨਾਲ ਦਰਸ਼ਕਾਂ ਦੇ ਰੂਬਰੂ ਹਨ ਔਰ ਦਿੱਲੀ ਦੇ ਵਿੱਚ ਜੋ ਸਰਕਾਰੀ ਸ਼ਹਿ ਤੇ ਹੋਇਆ ਕਤਲੇਆਮ ਸੀ, ਉਸ ਦੀ ਯਾਦਗਾਰ ਬਣਾਉਣ ਦਾ ਜਿਹੜਾ ਨਿਰਣਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਮੈਨੇਜਮੈਂਟ ਨੇ ਕੀਤਾ ਹੈ, ਉਸ ਦੇ ਬਾਰੇ ਉਹ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖ ਰਹੇ ਹਨ। ਜੀ ਸਰਨਾ ਸਾਹਿਬ, ਤੁਸੀਂ ਦੱਸ ਰਹੇ ਸੀਗੇ ਕਿ ਉਹ ਜਿਹੜਾ ਫੈਸਲਾ ਇਹਨਾਂ ਨੇ ਲਿਆ, ਤੁਸੀਂ ਉਹਦੇ ਨਾਲ ਸਹਿਮਤ ਹੋ ਜਾਂ ਤੁਹਾਨੂੰ ਉਹਦੇ ਤੇ ਵੀ ਇਤਰਾਜ਼ ਹੈ? ਦੇਖੋ ਜੀ, ਯਾਦਗਾਰ ਬਣਾਉਣ ਦਾ ਫੈਸਲਾ ਸਾਡੀ ਕਮੇਟੀ ਨੇ ਆਪਣੇ ਐਗਜ਼ੈਕਟਿਵ ਵਿੱਚ ਪਾਸ ਕੀਤਾ ਹੈ। ਜੀ ਜੀ ਜੀ। ਔਰ ਉਹਦੇ ਵਿੱਚ ਜਿਹੜਾ ਪਾਸ ਕੀਤਾ ਸੀ, ਅਸੀਂ ਕਿਹਾ ਵੀ ਦਿੱਲੀ ਦੇ ਵਿੱਚ ਜੀ ਸੰਨ 47 ਦੇ ਜਿਹੜੇ ਸਿੱਖ ਸ਼ਹੀਦ ਹੋਏ ਜੀ, ਜਿਹੜੇ ਸਿੱਖ ਹੋਣ ਕਰਕੇ ਸ਼ਹੀਦ ਹੋਏ ਨਾ ਜੀ ਜੀ, ਜਿਹੜੇ ਮੁਸਲਮਾਨ ਬਣ ਗਏ ਉੱਥੇ ਹਾਲੇ ਵੀ ਰਹਿੰਦੇ ਪੈਣ ਜੀਂਦੇ ਨੂੰ ਜੀ ਜੀ, ਉਹਨਾਂ ਦੀ ਸੰਨ 78 ਦੇ ਜਿਸ ਕਰਕੇ ਇਹ ਸਾਰੀ ਜਿਹੜੀ ਹੈ ਜੀ ਚੱਲੀ ਐਜੀਟੇਸ਼ਨ ਜੀ, ਔਰ ਸੰਨ 84 ਦੇ ਸਿੱਖਾਂ ਦੀ ਅਸੀਂ ਇੱਕ ਬਹੁਤ ਵਧੀਆ ਮੋਨੂਮੈਂਟ ਬਣਾ ਕੇ ਯਾਦਗਾਰ ਬਣਾ ਕੇ ਰੱਖਾਂਗੇ, ਜਿਹਦੇ ਸਾਰਾ ਇਤਿਹਾਸ ਦਰਜ ਹੋਏਗਾ ਜੀ ਜੀ। ਸੰਨ 84 ਵੀ, 47 ਵੀ ਤੇ 78 ਵੀ ਜੀ, ਉਹ ਅਸੀਂ ਬਣਾਵਾਂਗੇ। ਔਰ ਅਸੀਂ ਸਰਕਾਰ ਨੂੰ ਅਸੀਂ ਚਿੱਠੀ ਵੀ ਲਿਖੀ ਸੀ ਮੇਰੀ ਹੋਮ ਮਿਨਿਸਟਰ ਨਾਲ ਔਰ
ਜਿਹੜੀਆਂ ਇੰਟੈਲੀਜੈਂਸ ਏजेंसी सन उन्होंने सन बुलाया मैनू हम्म और मैं उसको कहा थी, कहना जी क्या प्रपोजल है आपकी। मैं कहा जी हमारे पास तो किसी भी गुरुद्वारे के अंदर तो हम नहीं बनाएंगे, हमारे पास एक ही जगह है, वो है गुरुद्वारा बिंदू का टिल्ला के सामने जो जमीन है जी जी, उस जमीन के उत्ते सानू अलाउ किया जाए, क्योंकि वो जो जमीन है ਅਸੀਂ ਉਸ ਨੂੰ ਕਬਜ਼ਾ ਤੇ ਕੀਤਾ ਹੋਇਆ ਹੈ ਪਰ ਸਾਡੇ ਨਾਂ ਨਹੀਂ ਹੈ। ਨਾਲ ਸੁਪਰੀਮ ਕੋਰਟ ਦੇ ਆਰਡਰ ਦੇ ਮੁਤਾਬਕ ਜਮਨਾ ਜਿਹੜੀ ਹੈਗੀ ਉਹਦੇ ਬੈਡ ਦੇ ਨਾਲ ਕੋਈ ਕੰਸਟਰਕਸ਼ਨ ਨਹੀਂ ਹੋ ਸਕਦੀ ਜੀ। ਅਸੀਂ ਕੀਤੀਆਂ ਤਾਂ ਹੋਈਆਂ, ਚਲੋ ਜਿਵੇਂ ਵੀ ਕੀਤੀਆਂ ਹੋਈਆਂ, ਪਰ ਉਹ ਕਿਉਂਕਿ ਜਗ੍ਹਾ ਹਾਲੇ ਖਾਲੀ ਹੈ, ਇਸ ਵਾਸਤੇ ਪਰਮਿਸ਼ਨ ਵਗੈਰਾ ਨਹੀਂ ਸੀ ਹੋ ਸਕਦੀ। ਜਾਂ ਸਾਨੂੰ ਉਸ ਜਗ੍ਹਾ ਬਣਾਉਣ ਦੀ ਹੈ ਜਾਂ ਸਾਨੂੰ ਕੋਈ ਜਗ੍ਹਾ ਦਿੱਤੀ ਜਾਵੇ ਜਿੱਥੇ ਅਸੀਂ ਇਹ ਬਣਾ ਸਕੀਏ ਜੀ ਜੀ। ਇਹ ਰੈਜ਼ੋਲੂਸ਼ਨ ਆਪਣੇ ਮੁਕੱਦਸ 7 ਜਾਂ 8 ਜੁਲਾਈ ਜਿਹੜੀ ਸੀ 2011 ਵਿੱਚ ਪਾਸ ਕਰਕੇ ਅਸੀਂ ਭੇਜਿਆ ਆ ਜੀ ਜੀ, ਔਰ ਸਰਕਾਰ ਨਾਲ ਗੱਲਬਾਤ ਵੀ ਹੋਈ ਹੈ, ਸਾਰਾ ਕੁਝ ਹੈਗਾ ਠੀਕ ਹੈ। ਪਰ ਇਸ ਨੂੰ ਮੈਂ ਜਿਹੜੇ ਗੁਰੂ ਸਾਹਿਬਾਨ ਦੇ ਇਤਿਹਾਸਕ ਗੁਰਦੁਆਰੇ ਸਰਨਾ ਸਾਹਿਬ ਮੈਂ ਉਸ ਤੇ ਤੁਹਾਡੇ ਕੋਲ ਬਾਅਦ ਵਿੱਚ ਆਉਣਾ, ਉਹ ਜਿਹੜਾ ਤੁਹਾਡਾ ਪੁਆਇੰਟ ਹੈ ਉਹ ਜ਼ਰੂਰ ਬਹੁਤ ਅਹਿਮ ਹੈ। ਪਹਿਲੀ ਗੱਲ ਤਾਂ ਹੈਗੀ ਹੈ ਕਿ ਜਿਹੜੀ ਗੱਲ ਹੈ 1947 ਦੀ, 1978 ਦੀ ਔਰ 1984 ਦੀ ਗੱਲ, ਤਾਂ 1984 ਦੀ ਜਦੋਂ ਵੀ ਗੱਲ ਕੀਤੀ ਜਾਂਦੀ ਹੈ ਸਿੱਧਾ ਹੀ ਟਕਰਾਅ ਔਰ ਜਿਹੜਾ ਬਲੇਮ ਹੈ ਔਰ ਦੋਸ਼ ਹੈ ਔਰ ਸਹੀ ਵੀ ਹੈ ਉਹ ਕਾਂਗਰਸ ਦੀ ਸਰਕਾਰ ਦੇ ਉੱਤੇ ਜਾਂਦਾ ਹੈ। ਜਦੋਂ ਉਸ ਨੂੰ 78 ਦੇ ਨਾਲ ਜੋੜਿਆ ਜਾਏ ਜਾਂ 47 ਦੇ ਨਾਲ ਜੋੜਿਆ ਜਾਏ, ਕਿਉਂਕਿ 47 ਦੇ ਵਿੱਚ ਜੋ ਹੋਇਆ ਇਹ ਦੋ ਕੌਮਾਂ ਦਾ ਆਪਸ ਦੇ ਵਿੱਚ ਟਕਰਾਅ ਸੀ, ਦੋਨੋਂ ਪਾਸਿਓਂ ਸੀ। 78 ਦੇ ਵਿੱਚ ਦਿੱਲੀ ਦੇ ਵਿੱਚ ਰਹਿਣ ਵਾਲਾ ਉਹ ਨਕਲੀ ਨਿਰੰਕਾਰੀ ਉਸਨੇ ਉਹ ਕਾਂਡ ਕੀਤਾ। ਸੋ ਇਹਨਾਂ ਤਿੰਨਾਂ ਨੂੰ ਮਿਲਾ ਕੇ ਤਾਂ ਫਿਰ ਕੁਦਰਤੀ ਤੌਰ ਦੇ ਉੱਤੇ ਕੀ ਇਹ 1984 ਦੇ ਸਾਕੇ ਨੂੰ ਡਾਇਲਿਊਟ ਕਰਨ ਲਈ ਉਹਨੂੰ ਬਿਲਕੁਲ ਉਹਦਾ ਅਸਰ ਘਟਾ ਦੇਣ ਵਾਲੀ ਗੱਲ ਨਹੀਂ ਕਿ ਇੱਕ ਖਾਲਸ ਦੁੱਧ ਨੂੰ ਲੈ ਕੇ ਵਿੱਚ ਪਾਣੀ ਪਾ ਕੇ ਸਪਰੇਟਾ ਬਣਾ ਦਿੱਤਾ ਜਾਏ। ਦੇਖੋ ਗੱਲ ਹੈਗੀ, ਤੁਸੀਂ ਇਹ ਤੇ ਕਹਿ ਸਕਦੇ ਹੋ ਨਾ, ਤੁਸੀਂ ਜਿਹੜੇ 47 ਦੇ ਸਿੱਖ ਸ਼ਹੀਦ ਹੋਏ ਉਹਨਾਂ ਨੂੰ ਸਪਰੇਟਾ ਤੋਂ ਨਾ ਬਣਾਓ। ਨਹੀਂ ਨਹੀਂ, ਮੈਂ ਕਹਿ ਰਿਹਾ 1900 ਦੇਖੋ 1978 ਦੀ ਯਾਦ ਸਰਨਾ ਸਾਹਿਬ 1978 ਦੀ ਯਾਦਗਾਰ ਦਿੱਲੀ ਢੱਕਾ ਧੀਰ ਜਿਹੜਾ ਗੁਰਦੁਆਰਾ ਰੱਬ ਦਾ ਕੁੱਤਾ ਹੈਗਾ, ਜਿਹੜਾ ਗੁਰਦੁਆਰਾ ਰੱਬ ਦਾ ਕੁੱਤਾ ਜਿਹਨੇ ਜਗ੍ਹਾ ਲਈ ਹੋਈ ਉਸ ਨਿਰੰਕਾਰੀ ਡੇਰੇ ਦੇ ਸਾਹਮਣੇ, ਉਹ ਗੁਰਦੁਆਰਾ ਤੁਸੀਂ ਉੱਥੇ ਬਿਲਕੁਲ ਗੁਰਦੁਆਰੇ ਨੂੰ ਸਾਂਭ ਸਕਦੇ ਹੋ, ਉੱਥੇ ਉਹਦੀ ਮਦਦ ਕਰ ਸਕਦੇ ਹੋ। ਅੰਮ੍ਰਿਤਸਰ ਵਿੱਚ ਉਹਦੀ ਬਣ ਗਈ, ਜਿਹੜੀ 47 ਦੀ ਹੈਗੀ ਹੈ ਉਹ ਵੱਖਰੀ ਹੈ। ਪਰ ਜੇ ਤੁਸੀਂ ਅਗਰ ਇਹ ਕਹਿ ਰਹੇ ਹੈਗੇ ਹੋ ਕਿ ਦਿੱਲੀ ਦੀ ਕਮੇਟੀ ਨੂੰ, ਦਿੱਲੀ ਸਰਕਾਰ ਨੂੰ ਤੁਸੀਂ ਬੇਨਤੀ ਕੀਤੀ ਹੈ ਕਿ ਤੁਹਾਨੂੰ ਜ਼ਮੀਨ ਦੇ ਦੇਵੇ ਕਿ ਤੁਹਾਡੇ ਖਿਲਾਫ ਅਸੀਂ ਯਾਦਗਾਰ ਬਣਾਣੀ ਹੈ, ਕੀ ਤੁਸੀਂ ਉਮੀਦ ਕਰਦੇ ਹੋ ਕਿ ਜਿਹੜੀ ਦਿੱਲੀ ਦੀ ਸਰਕਾਰ ਨੇ ਮਾਸਟਰ ਤਾਰਾ ਸਿੰਘ ਦੇ ਨਾਂ ਦੇ ਉੱਤੇ ਬਣੇ ਹੋਏ ਪਾਰਕ ਨੂੰ ਫਤਿਹ ਨਗਰ ਦੇ ਪਾਰਕ ਦਾ ਨਾਂ ਬੰਦ ਕਰ ਦਿੱਤਾ, ਤੁਹਾਨੂੰ ਮਾਸਟਰ ਤਾਰਾ ਸਿੰਘ ਦਾ ਬੁੱਤ ਲਗਾਉਣ ਲਈ ਕੋਈ ਜਗ੍ਹਾ ਨਹੀਂ ਦਿੱਤੀ, ਉਹ ਦਿੱਲੀ ਰਕਾਬਗੰਜ ਸਾਹਿਬ ਦੇ ਪ੍ਰੈਮਿਸਿਸ ਦੇ ਅੰਦਰ ਲਗਾਇਆ ਗਿਆ, ਤੇ ਉਹ ਤੁਹਾਨੂੰ ਤੁਸੀਂ ਗਲਤ ਹੈਗੇ ਹੋ। ਇੱਕ ਮਿੰਟ ਜੀ ਜੀ ਦੱਸੋ, ਜ਼ਰੂਰ ਦੱਸੋ। ਹਾਂਜੀ ਕਲੀਅਰ ਕਰੋ। ਅੱਜ ਜਿਹੜੇ ਦਿੱਲੀ ਦੇ ਵਿੱਚ ਘੱਟੋ ਘੱਟ 100 ਪਾਰਕ ਹੋਣਗੇ ਕਿ ਜਿਹੜੇ ਕਿ ਸਰਕਾਰ ਨੇ ਕਿਸੇ ਨਾ ਕਿਸੇ ਲੀਡਰ ਦੇ ਨਾਂ ਤੇ ਕਰਾਇਆ। ਸਾਡੇ ਸਾਹਮਣੇ ਇਤਨਾ ਪਾਰਕ ਵੱਡਾ ਸੀ ਜੀ, ਉਹ ਅਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਪਾਸ ਕਰਵਾ ਲਿਆ ਜੀ। ਹਾਂਜੀ ਜੀ। ਔਰ ਅੱਜ ਲੋਕੀ ਤੇ ਲੋਕਾਂ ਦੀ ਅਪਰੋਚ ਇਤਨੀ ਹੋ ਗਈ ਹੈ ਕਿ ਉਹ ਆਪਣੇ ਪਿਓ ਦੇ ਨਾਂ ਤੇ ਵੀ ਪਾਰਕ ਲਾਉਂਦੇ ਪਏ ਨੇ। ਮੇਰੇ ਪਿਓ ਦਾ ਨਾਂ ਤਾਂ ਜਿਹੜਾ ਕਾਰਪੋਰੇਸ਼ਨ ਜਿਹਦੇ ਚੱਲਦਾ ਪਿਆ ਨਾਂ ਕਰਾਉਂਦਾ ਪਿਆ ਜੀ ਜੀ ਜੀ। ਹਾਂਜੀ ਜੀ। ਇੱਕ ਗੱਲ ਤੁਸੀਂ ਹੋਰ ਕਹੀ ਸੀ, ਉਹ ਹੈਗਾ ਗੁਰਦੁਆਰਾ, ਉਹ ਗੁਰਦੁਆਰਾ ਉੱਥੇ ਰੱਬ ਦਾ ਕੁੱਤਾ ਵਾਲਾ ਉਹਦਾ ਨਾਂ ਪੈ ਗਿਆ ਸੀ, ਉਹ ਆਪਣੇ ਆਪ ਨੂੰ ਰੱਬ ਦਾ ਕੁੱਤਾ ਕਹਿੰਦਾ ਸੀ। ਹਾਂਜੀ ਹਾਂਜੀ। ਉਹਦੇ ਜਾਣ ਤੋਂ ਬਾਅਦ ਉਸ ਜਗ੍ਹਾ ਦੇ ਉੱਤੇ ਉਸ ਗੁਰੂ ਦੀ ਬਖਸ਼ਿਸ਼ ਨਾਲ ਸਾਡੇ ਟੈਨਿਓਰ ਵਿੱਚ ਹੀ ਹਾਂਜੀ ਇਤਨਾ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ ਕਿ ਉਸ ਦਾ ਵੀ ਜਿਹੜਾ ਹੈਗਾ ਡੇਰਾ ਫਿੱਕਾ ਪੈਂਦਾ ਇਸ ਗੁਰਦੁਆਰੇ ਦੇ ਅੱਗੇ। ਜੀ ਜੀ ਬਿਲਕੁਲ ਠੀਕ ਹੈ। 1995 ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀ, ਉੱਥੋਂ ਦੇ ਲੋਕਲ ਸੰਗਤ ਆਈ ਸੀ, ਉਹਦੀ ਬੜੀ ਭੈੜੀ ਆਦਤ ਸੀ। ਅੱਜ ਇਤਨਾ ਬਿਹਤਰੀਨ ਗੁਰਦੁਆਰਾ ਬਣਿਆ ਹੈ ਜੀ ਜੀ। ਪਰ ਇਹ ਨਹੀਂ ਅਸੀਂ ਨਾਲ ਜਗ੍ਹਾ ਖਰੀਦੀ ਹੈ। ਹਾਂਜੀ। ਜਗ੍ਹਾ ਖਰੀਦਣ ਤੋਂ ਬਾਅਦ ਵੀ ਉਸ ਸਾਡੇ ਉਸ ਇਲਾਕੇ ਦੇ ਸਿੱਖ ਇਹਦੇ ਸਕੂਲ ਵਿੱਚ ਨਾ ਜਾਵਣ। ਹਾਂਜੀ। ਉੱਥੇ ਅਸੀਂ 8ਵੀਂ ਤੱਕ ਗੁਰੂ ਕ੍ਰਿਸ਼ਨ ਪਬਲਿਕ ਸਕੂਲ ਦੀ ਬ੍ਰਾਂਚ ਖੋਲੀ, ਬਹੁਤ ਅੱਛੀ ਵੀ ਬੜੀ ਘੱਟ ਰੱਖੀ ਹੈ ਜੀ 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 ਜੀ। ਉਹ ਗੁਰਦੁਆਰੇ ਇਹ ਨਹੀਂ ਹੈਗਾ ਵੀ 78 ਦੇ ਸਿੰਘਾਂ ਦੀ ਯਾਦਗਾਰ ਵਿੱਚ ਬਣਾਇਆ ਹੋਇਆ। ਨਹੀਂ ਮੈਂ ਉਹੀ ਕਹਿ ਰਿਹਾ ਸਰਨਾ ਸਾਹਿਬ, ਇਹਨਾਂ ਨੂੰ ਮਿਲਾਉਣ ਦੀ ਕੀ ਲੋੜ ਪੈ ਗਈ? ਦੇਖੋ ਮੇਰੀ ਗੱਲ ਸੁਣੋ। ਨਹੀਂ ਇਹਨੂੰ ਮਿਲਾਉਣ ਦੀ ਕੀ ਲੋੜ ਹੈ? 1984 ਇੱਕ ਮਿੰਟ ਮੇਰੀ ਗੱਲ ਸੁਣੋ। ਦੇਖੋ ਮੇਰੀ ਗੱਲ ਸੁਣੋ। ਹਾਂਜੀ ਹਾਂਜੀ। ਤੁਹਾਡਾ ਮੈਂ ਕਿਉਂਕਿ ਉਸ ਇਲਾਕੇ ਤੋਂ ਆਇਆ ਹੋਇਆ ਵਾਂ
ਗੁਜਰ ਖਾਨ ਤੋਂ ਜੀ, ਜਿਸ ਦੇ ਆਸ-ਪਾਸ ਪਠਵਾਰ ਦੇ ਵਿੱਚ ਕਤਲੋ ਗੈਰਤ ਬੜੀ ਹੋਈ। ਜੀ ਜੀ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਔਰ ਸਾਡੇ ਬਜ਼ੁਰਗਾਂ ਨੇ ਲੁਧਿਆਣੇ ਜਿਹੜਾ ਜਿਸ ਟਰਸਟ ਦੇ ਹੇਠ ਅਸੀਂ ਉਹਦਾ ਨਾਂ ਕੀ ਹੈ ਸਾਰੇ ਸਕੂਲ ਕਾਲਜ ਚੱਲਦੇ ਪਏ ਨੇ, ਉੱਥੇ ਉਹ ਗੁਰਦੁਆਰਾ ਸ਼ਹੀਦਾਂ ਦੇ ਨਾਂ ਦੇ ਉੱਤੇ ਹੈਗਾ ਗੁਰਦੁਆਰਾ ਵੀ ਬਣਾਇਆ। ਬਿਲਕੁਲ ਹੈਗਾ ਮਾਡਲ ਟਾਊਨ ਦੇ ਵਿੱਚ ਹੈਗਾ ਜੀ, ਹੈਗਾ ਸ਼ਹੀਦਾਂ ਬਹੁਤ। ਔਰ ਉਸਨੂੰ ਅਸੀਂ ਉਸ ਤਰ੍ਹਾਂ ਕੇ ਬਹੁਤ ਵਧੀਆ ਰੈਨੋਵੇਟ ਜਿਹੜਾ ਸੀ ਉਹ ਕੀਤਾ ਹੋਇਆ। ਜੀ ਜੀ ਜੀ, ਬਹੁਤ ਵਧੀਆ ਗੁਰਦੁਆਰਾ ਬਣਿਆ। ਜੀ ਜੀ ਜੀ। ਦੇਖੋ ਗੱਲ ਹੈਗੀ, ਕਿਉਂਕਿ ਜੇ ਮੈਨੂੰ ਗੁਰੂ ਨੇ ਸਮਾਂ ਦਿੱਤਾ, ਸੇਵਾ ਦਿੱਤੀ, ਤੇ ਮੇਰੇ ਮਨ ਚ ਆਇਆ ਵੀ ਚਲੋ ਮੈਂ ਆਪਣੇ 47 ਦੇ ਜਿਸ ਇਲਾਕੇ ਚੋਂ ਅਸੀਂ ਆਇਆ ਜਿੱਥੇ ਲੱਖਾਂ ਨਹੀਂ ਸਰਨਾ ਸਾਹਿਬ ਤੁਸੀਂ ਜ਼ਰੂਰ ਬਣਾਓ, ਬਹੁਤ ਸ਼ਾਨਦਾਰ ਬਣਾਓ ਜੀ। ਇੱਕ ਮੇਰੀ ਗੱਲ ਸੁਣੋ ਇੱਕ ਮਿੰਟ। ਹਾਂਜੀ ਮੈਂ ਐਡਮਿਟ ਕਰਦਾ ਹਾਂਜੀ ਕਿ ਚਲੋ ਮੈਂ ਉਸ ਦਿਨ ਆ ਕੇ, ਕਿਉਂਕਿ ਉਸ ਇਲਾਕੇ ਦਾ ਸੀ, ਇਸ ਵਾਸਤੇ ਮੈਂ ਕਿਹਾ ਵੀ ਚਲੋ ਉਹਨਾਂ ਦੀ ਯਾਦਗਾਰ ਬਣਾਈ ਜਾਵੇ ਜੀ। ਕਿਉਂਕਿ ਦਿੱਲੀ ਦੇ ਵਿੱਚ ਦੇਖੋ ਇੱਕ ਮਿੰਟ, ਦਿੱਲੀ ਦੇ ਵਿੱਚ ਜਦ ਇੱਕ ਬਹੁਤ ਵਧੀਆ ਮੋਨੂਮੈਂਟ ਬਣਾਵਾਂਗੇ, ਹਾਂਜੀ, ਦੁਨੀਆ ਜਹਾਨ ਦੀਆਂ ਜਿਹੜੇ ਹੈਗੇ ਮੁਖੀ ਉਹ ਦਿੱਲੀ ਆਉਂਦੇ ਨੇ ਜੀ, ਤੇ ਹੋ ਸਕਦਾ ਕਿਸੇ ਵਕਤ ਕੋਈ ਇਤਿਹਾਸ ਕਿਸੇ ਨੇ ਪੜ੍ਹਿਆ ਹੋਵੇ ਤੇ ਉੱਥੇ ਆਵੇ ਜੀ, ਫਿਰ ਉਹਨੂੰ ਦੱਸਿਆ ਜਾਵੇ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ ਸਿੱਖਾਂ ਨੇ ਦੇਖੋ ਕਿੰਨੀ ਕੁਰਬਾਨੀ ਕੀਤੀ। ਨਹੀਂ ਉਹ ਬਿਲਕੁਲ ਠੀਕ ਹੈ, ਇਹਨਾਂ ਜਿਹੜੇ ਰਾਜ ਕਰਦੇ ਨਾ ਤਾਂ ਕੁਝ ਵੀ ਨਹੀਂ ਕੀਤਾ। ਹਾਂਜੀ ਹਾਂਜੀ, ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ। ਮੈਂ ਤੇ ਗੱਲ ਆਈ ਸੀ, ਅਸੀਂ ਸਾਡਾ ਅਨੈਨਿਮਸਲੀ ਅਸੀਂ ਪਾਸ ਕੀਤਾ ਸੀ ਜੀ ਜੀ, ਪਰ ਇਹਨੂੰ ਉਹਦੇ ਨਾਲ ਮਿਲਾਣਾ ਜਿਹੜਾ ਸੀ 1984 ਦੀ। ਦੇਖੋ ਮੇਰੀ ਗੱਲ ਸੁਣੋ ਇੱਕ ਮਿੰਟ ਜੀ ਜੀ, ਦੇਖੋ ਮੇਰੀ ਗੱਲ ਸੁਣੋ ਇੱਕ ਮਿੰਟ। ਗੱਲ ਹੈਗੀ ਪ੍ਰਿੰਸੀਪਲੀ ਗੱਲ ਇਹ ਹੈਗੀ, ਚਲੋ ਸਾਡਾ ਸੀ, ਮੈਂ ਕਹਿ ਰਿਹਾ ਵੀ ਕਿਉਂਕਿ ਮੈਂ ਉਸ ਇਲਾਕੇ ਦਾ ਸਾਡੇ ਸਾਹਮਣੇ ਸਾਰੀਆਂ ਗੱਲਾਂ ਅਸੀਂ ਸੁਣਦੇ ਹਾਂ, ਛੋਟੇ ਦਾ ਸੁਣਦੇ ਸਾਂ, ਸਾਰੇ ਬਜ਼ੁਰਗਾਂ ਕੋਲੋਂ ਸੁਣਦੇ ਰਹੇ ਸਾਂ। ਸਾਡੇ ਦਿਲ ਚ ਆਇਆ ਵੀ ਇਤਨੀ ਕਤਲੋ ਗੈਰਤ ਹੋਈ ਹੈ ਤੇ ਚਲੋ ਅਸੀਂ ਉਹਨਾਂ ਦੀ ਯਾਦਗਾਰ ਦਿੱਲੀ ਬਣਾ ਦੀ ਹੈ ਜੀ। ਹਾਂਜੀ, ਪਰ ਇਹ ਕਹੀਏ ਵੀ ਹਰ ਦੀ ਅਲੱਗ-ਅਲੱਗ ਬਣਾਵਾਂਗੇ ਤੇ ਠੀਕ ਨਹੀਂ ਹੈ। ਹਾਂਜੀ, ਗੱਲ ਤੇ ਇੱਕ ਯਾਦਗਾਰ ਅਗਰ ਬਣ ਗਈ, ਦੇਖੋ ਗੱਲ ਸੁਣੋ। ਅੱਛਾ ਸਰਨਾ ਸਾਹਿਬ, ਇੱਕ ਬ੍ਰੇਕ ਸਰਕਾਰ ਸੀ ਉਹਨਾਂ ਚੀਜ਼ਾਂ ਪ੍ਰਤੀ ਅਸੀਂ ਬਿਲਕੁਲ ਹੋਣਾ ਚਾਹੀਦਾ ਹੈ। ਬਿਲਕੁਲ ਉਹ ਕਿਸੇ ਨੇ ਬਣਾਣਾ ਖਾਲੀ 84 ਦੇ ਸਿੰਘਾਂ ਦੀ ਯਾਦਗਾਰ, ਅਸੀਂ ਕੋਈ ਸੰਤ ਕੋਈ ਬਿਲਕੁਲ ਬਿਲਕੁਲ ਤੁਸੀਂ ਇਹਦੇ ਤੇ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਬਣਾਣਾ ਕਿ ਨਹੀਂ ਬਣਾਣਾ ਜੀ, ਗੱਲ ਹੈਗੀ ਕਿ ਬਣਾਣਾ ਤੇ ਕਿੱਥੇ ਬਣਾਣਾ ਹੈ। ਅੱਛਾ ਇੱਕ ਮਿੰਟ, ਇਹ ਜਵਾਬ ਤੁਸੀਂ ਇੱਕ ਬ੍ਰੇਕ ਦੇ ਬਾਅਦ ਅਸੀਂ ਛੋਟਾ ਜਿਹਾ ਇੱਕ ਵਕਫਾ ਲੈਂਦੇ ਹਾਂ, ਉਹਦੇ ਬਾਅਦ ਇਹਦਾ ਤੁਸੀਂ ਜਵਾਬ ਦੇ ਦੇਣਾ ਕਿੱਥੇ ਬਣਾਣਾ ਚਾਹੀਦਾ। ਸੋ ਵਕਫੇ ਦੇ ਬਾਅਦ ਹਾਜ਼ਰ ਹੁੰਦੇ ਹਾਂ। ਬਿਲਕੁਲ ਠੀਕ ਹੈ। ਹਾਂਜੀ, ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਿਆਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਸਤਿਕਾਰਯੋਗ ਸਾਹਿਬ ਪਰਮਜੀਤ ਸਿੰਘ ਜੀ ਸਰਨਾ, ਜਿਹੜੇ ਕਾਫੀ ਸਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਵੇ ਸਰਵਰ ਰਹੇ, ਪ੍ਰਧਾਨ ਰਹੇ ਔਰ ਉੱਥੋਂ ਦੀ ਮੈਨੇਜਮੈਂਟ ਦੇ ਵਿੱਚ ਬਹੁਤ ਹੀ ਦਿਲਚਸਪੀ ਲੈ ਕੇ ਉਹਨਾਂ ਨੇ ਕਾਫੀ ਕਾਰਜ ਵੀ ਕਰਵਾਏ। ਉਹ ਸਾਡੇ ਨਾਲ ਲਾਈਨ ਤੇ ਜੁੜੇ ਹਨ। ਦਿੱਲੀ ਦੇ ਵਿੱਚ 1984 ਦਾ ਜੋ ਕਾਂਗਰਸ ਸਪਾਂਸਰਡ ਜਾਂ ਸਰਕਾਰੀ ਸ਼ਹਿ ਦੇ ਉੱਤੇ ਦਿਨ ਦਿਹਾੜੇ ਕਤਲੇਆਮ ਹੋਇਆ ਔਰ ਜਿਸ ਦੀ ਮਿਸਾਲ ਦੁਨੀਆ ਭਰ ਵਿੱਚ ਕਿਧਰੇ ਨਹੀਂ ਮਿਲਦੀ, ਉਸ ਦੀ ਯਾਦਗਾਰ ਬਣਨੀ ਚਾਹੀਦੀ ਹੈ, ਇਹਦੇ ਤੇ ਕੋਈ ਦੋ ਰਾਏ ਨਹੀਂ ਸੀ। ਪਰ ਸਰਨਾ ਸਾਹਿਬ ਦਾ ਸ਼ਾਇਦ ਇਹ ਖਿਆਲ ਸੀ ਕਿ 1947 1978 ਉਹਨਾਂ ਨੂੰ ਵੀ ਵਿੱਚ ਮਿਲਾਤਾ ਜਾਂਦਾ, ਪਰ ਕੁਦਰਤੀ ਤੌਰ ਦੇ ਉੱਤੇ ਇਹ ਉਸ ਚੀਜ਼ ਨੂੰ ਡਾਇਲਿਊਟ ਕਰਨ ਵਾਲੀ ਗੱਲ ਹੁੰਦੀ। ਪਰ ਖੈਰ ਹੁਣ ਉਹ ਜਿਵੇਂ ਕਹਿ ਰਹੇ ਹਨ ਕਿ ਉਸ ਦੀ ਯਾਦਗਾਰ 1984 ਦੀ ਹੀ ਬਣ ਜਾਣੀ ਚਾਹੀਦੀ ਹੈ, ਪਰ ਕਿਸ ਤਰ੍ਹਾਂ ਕਿੱਥੇ ਬਣਨੀ ਚਾਹੀਦੀ ਹੈ, ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਹੈ ਕਿ ਰਕਾਬਗੰਜ ਸਾਹਿਬ ਦੇ ਉਸ ਸਥਾਨ ਦੇ ਉੱਤੇ ਉਹ ਕੰਪਲੈਕਸ ਦੇ ਵਿੱਚ ਉਹ ਯਾਦਗਾਰ ਬਣਾਈ ਜਾਏ। ਸਰਨਾ ਸਾਹਿਬ ਇਹਦੇ ਬਾਰੇ ਆਪਣੇ ਵਿਚਾਰ ਦੇਣਗੇ। ਜੀ ਸਰਨਾ ਸਾਹਿਬ। ਦੇਖੋ ਇੱਕ ਗੱਲ ਮੈਂ ਤੁਹਾਨੂੰ ਹੋਰ ਕਰਾਈਫਾਈ ਕਰ ਦੇਣੀ ਚਾਹੁੰਦਾ ਵਾਂ ਕਿ ਮਾਸਟਰ ਜੀ ਦਾ ਬੁੱਤ ਰਕਾਬਗੰਜ ਦੇ ਕੰਪਲੈਕਸ ਦੇ ਅੰਦਰ ਨਹੀਂ ਲੱਗਾ ਹੋਇਆ ਜੀ ਜੀ, ਇਹ ਸਰਕਾਰੀ ਜ਼ਮੀਨ ਤੇ ਜਿਹੜੀ ਉਹ ਹੈਗੀ ਉੱਥੇ ਲੱਗਾ ਹੋਇਆ ਹੈ। ਇਹ ਪਹਿਲਾਂ ਤੇ ਦੀਵਾਰ ਦੇ ਅੰਦਰ ਸੀ? ਨਹੀਂ, ਪਹਿਲਾਂ ਜਿਹੜੇ ਤੁਸੀਂ ਨਾ ਲਗਾਇਆ ਗਿਆ ਸੀ, ਪਰ ਕਈ ਸੰਗਤਾਂ ਵੱਲੋਂ ਇਹਦੀ ਓਪੋਜੀਸ਼ਨ ਹੋਈ ਜੀ। ਸਾਨੂੰ ਉਹਨਾਂ ਦੀ ਓਪੋਜੀਸ਼ਨ ਠੀਕ ਨਹੀਂ ਸੀ ਲੱਗਦੀ, ਕਿਉਂਕਿ ਅਸੀਂ ਮਾਸਟਰ ਜੀ ਦੇ ਬਹੁਤ ਨੇੜਲੇ ਉਹਨਾਂ ਦੇ ਸਿਸਟਮ ਨੂੰ ਸਤਿਕਾਰ ਸਾਡੇ ਦਿਲਾਂ 'ਚ ਆਇਆ ਸੀ। ਠੀਕ ਹੈ ਜੀ, ਠੀਕ ਹੈ। ਫਿਰ ਵੀ ਜਦ ਦਾਸ ਨੂੰ ਬੇਨਤੀ ਸੇਵਾ ਮਿਲੀ ਤੇ ਅਸੀਂ ਫਿਰ ਸਾਡਾ ਇੱਕ ਕਿਸਮ ਦਾ ਇਹ ਕਹਿ ਦਈਏ ਕਿ ਸਾਡਾ ਇੱਕ ਬਾਰਗੇਨ ਹੋਇਆ ਸੀ। ਉਸ ਵਕਤ ਬੀਜੇਪੀ ਦਾ ਰਾਜ ਸੀ। ਹਾਂਜੀ, ਜੀ ਵੋਟਾਂ ਤਾਂ ਪਾਵਾਂਗੇ, ਦੋ ਕੰਮ ਸਾਡੇ ਕਰੋ। ਇੱਕ ਤਾਂ ਹੈਗਾ ਕਿ ਮਾਸਟਰ ਜੀ ਦਾ ਪੁੱਤ ਜਿਹੜਾ ਹੈਗਾ ਸਾਨੂੰ ਇਹਦੇ ਗੁਰਦੁਆਰੇ ਦੇ ਬਾਹਰ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ।
ਔਰ ਦੂਸਰੀ ਉਹਦਾ ਨਾਂ ਕੀ ਹੈ, ਸਾਨੂੰ ਪਾਰਕਿੰਗ ਦੀ ਜਗ੍ਹਾ ਦਿੱਤੀ ਜਾਵੇ। ਅੱਛਾ, ਨਹੀਂ ਉਹ ਜਿਹੜਾ ਬੁੱਤ ਹੈਗਾ ਸਰਨਾ ਸਾਹਿਬ, ਉਹ ਜਿਹੜੇ ਚੂਕ ਜੀ ਕੱਢੀ ਆਲਾ ਜਿਹਾ ਕੱਢਿਆ, ਉਹ ਜ਼ਮੀਨ ਦੀ ਮਲਕੀਅਤ ਕੀ ਪਹਿਲਾਂ ਗੁਰਦੁਆਰਾ ਸਾਹਿਬ ਦੀ ਨਹੀਂ ਸੀ? ਨਹੀਂ ਨਹੀਂ ਨਹੀਂ। ਹਾਂਜੀ, ਉਹ ਫਿਰ ਉਹ ਇਲਾਕਾ ਕਿਵੇਂ? ਸਾਰੀ ਜਗ੍ਹਾ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਸੀ, ਜਿਹੜਾ ਜਿੰਨੀ ਨਵੀਂ ਦਿੱਲੀ ਹੈ, ਪਰ ਇਹ ਜਿਹੜੀ ਜਗ੍ਹਾ ਹੈ ਪਟੜੀ ਹੈਗੀ। ਹਾਂਜੀ, ਪਟੜੀ ਹੈਗੀ, ਪਟੜੀ ਦੇ ਨਾਲ ਅਸੀਂ ਇਹ ਬਣਾਇਆ ਹੈ। ਅੱਛਾ ਚਲੋ, ਸਭ ਤੋਂ ਇੱਕ ਗੱਲ ਹੋਰ ਤੁਹਾਨੂੰ ਇਤਿਹਾਸਕ ਦੱਸ ਦਿਆਂ ਤੁਹਾਨੂੰ। ਇਹ ਜਿਸ ਵਕਤ ਅਸੀਂ ਬੁੱਤ ਬਣਾਉਂਦੇ ਪਏ ਸੀ, ਅਸੀਂ ਵੀ ਰਾਤੋਂ ਰਾਤ ਕੀਤਾ ਵੀ ਕਿਧਰੇ ਸਰਕਾਰਾਂ ਬਦਲ ਨਾ ਜਾਣ। ਸਾਡੇ ਭਜਨ ਸਿੰਘ ਵਾਲੀਆ ਜਨਰਲ ਸਕੱਤਰ ਜੀ ਉਸ ਵਕਤ ਨੇ ਕਿਹਾ ਜੀ, ਮੈਂ ਕਿਹਾ ਤੂੰ ਹੁਣ ਸੋ ਨਾ, ਇਹਨਾਂ ਦਾ ਕੋਈ ਪਤਾ ਨਹੀਂ ਆ। ਸਾਨੂੰ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਗੱਲ ਕਹੀ ਸੀ ਕਿ ਮਾਸਟਰ ਜੀ ਦਾ ਪੁੱਤਰ ਪਾਰਲੀਮੈਂਟ ਦੇ ਸਾਹਮਣੇ ਮੂੰਹ ਸਾਹਮਣੇ ਰੱਖੀ। ਮੈਂ ਕਿਹਾ ਜੀ ਕਿਉਂ ਕਹਿੰਦਾ ਹੁਣ ਤੂੰ ਵਕਤ ਬਰਬਾਦ ਨਾ ਕਰ, ਤੇ ਤੂੰ ਹੁਣ ਕੰਮ ਕਰ ਪਹਿਲੇ। ਤੇ ਬਿਲਕੁਲ ਸਰਨਾ ਸਾਹਿਬ, ਇਸੇ ਕਰਕੇ ਜਿਹੜੀ ਗੱਲ ਤੁਸੀਂ ਕਹੀ ਕਿ ਮਾਸਟਰ ਤਾਰਾ ਸਿੰਘ ਦਾ, ਮੈਂ ਗੱਲ ਪੂਰੀ ਕਰ ਲੈਣ ਦਿਓ, ਫਿਰ ਤੁਸੀਂ ਆਪਣੀ ਗੱਲ ਕਰੋ। ਨਹੀਂ, ਸਮਾਂ ਬਹੁਤ ਥੋੜਾ ਦਿੱਲੀ ਦੇ ਵਿੱਚ ਮਾਸਟਰ ਜੀ ਦਾ ਪਹਿਲਾ ਬੁੱਤ ਹੈ ਜਿਹੜਾ ਕਿ ਪਾਰਲੀਮੈਂਟ ਵੱਲ ਮੂੰਹ ਹੈ, ਬਾਕੀ ਜਿਤਨੇ ਬੁੱਤ ਹੈਗੇ ਕਿ ਨਹੀਂ, ਹਾਂਜੀ, ਉਹ ਉਹਨਾਂ ਦਾ ਮੂੰਹ ਦੂਏ ਪਾਸੇ ਹੋਏ, ਪਾਰਲੀਮੈਂਟ ਵਾਲੇ ਪਾਸੇ ਨਹੀਂ ਹੈ। ਠੀਕ ਹੈ, ਬਿਲਕੁਲ ਠੀਕ ਹੈ। ਮੈਂ ਪੁੱਛਿਆ ਸੀ ਵੀ ਇਹ ਤੁਸੀਂ ਮੂੰਹ ਸਾਹਮਣੇ ਕਿਉਂ ਰਖਾਇਆ ਹੈ? ਹਾਂਜੀ, ਰਖਾਇਆ ਕਿ ਹਿੰਦੁਸਤਾਨ ਦੀ ਜਿਹੜੀ ਇਹ ਸੁਪਰੀਮ ਬਾਡੀ, ਇਹਨੂੰ ਪਤਾ ਲੱਗਦਾ ਰਹੇ ਵੀ ਜਿਹੜੇ ਤੁਸੀਂ ਸਿੱਖਾਂ ਨਾਲ ਵਾਅਦੇ ਕੀਤੇ ਸਨ ਔਰ ਮਾਸਟਰ ਤਾਰਾ ਸਿੰਘ ਨਾਲ ਮੀਟਿੰਗਾਂ ਸੀ, ਤੁਸੀਂ ਪੂਰੇ ਨਹੀਂ ਕੀਤੇ। ਜੀ ਜੀ, ਠੀਕ ਹੈ। ਔਰ ਜਿਹੜੀ ਕਮਿਸ਼ਨਰ ਸੀ ਨਵੀਂ ਦਿੱਲੀ ਦੀ, ਉਹ ਆਈ ਹੈ, इसको चेंज कर दो, ਹੁਣ ਨਹੀਂ ਚੇਂਜ ਹੋ ਸਕਦਾ, ਬਣ ਗਿਆ ਬਹੁਤ। ਠੀਕ ਹੈ, तो अच्छा सरना साहब, बिल्कुल ठीक है, बड़ी तुसी एक दिलचस्प गल दसी। हालां मास्टर तारा सिंह ने तो कदी पार्लीमेंट वल मूँह ही नहीं किया, वो तो हमेशा दूजे पासे ही रहे किसी भी संस्था दे। जी जी, ठीक है, मुबारक है। उन्होंने जिहड़ा कहा भी असीं ਇਹ ਜਿਹੜਾ ਹੈਗਾ ਇਹ ਯਾਦ ਆਂਦਾ ਰਹੇ ਵੀ ਤੁਸੀਂ ਕੀਤੇ ਸਿੱਖਾਂ ਨਾਲ ਵਾਅਦੇ। ਬਿਲਕੁਲ ਠੀਕ। ਅੱਛਾ, ਹੁਣ ਜਿਹੜਾ ਬਣਨਾ ਚਾਹੀਦਾ ਹੈ, ਜਿਹੜਾ ਦਿੱਲੀ ਦੇ ਮਾਸਟਰ ਤਾਰਾ ਸਿੰਘ ਅੱਜ ਵੀ ਕਹਿ ਰਿਹਾ ਵੀ ਦੇਖੋ ਤੁਸੀਂ ਵਾਅਦੇ ਨਹੀਂ ਪੂਰੇ ਕੀਤੇ। ਠੀਕ ਹੈ। ਅੱਛਾ, ਤੇ ਇਹ ਦੱਸੋ ਸਰਨਾ ਸਾਹਿਬ, ਜਿਹੜਾ ਹੁਣ ਉਹ ਦਿੱਲੀ ਕਮੇਟੀ ਨੇ ਡਿਸਾਈਡ ਕੀਤਾ ਹੈ 1984 ਦਾ ਕੱਲਾ, ਅਗਰ ਕੱਲਾ ਬਣਦਾ ਤੁਹਾਨੂੰ ਉਹਦੇ ਤੇ ਕੋਈ ਇਤਰਾਜ਼ ਤੇ ਨਹੀਂ? ਮੈਂ ਤਾਂ ਪਹਿਲੇ ਮੈਨੂੰ ਕਾਹਦਾ ਇਤਰਾਜ਼, ਕਮਾਲ ਕਰਦਾ ਸੀ ਤੇ ਮੈਂ ਇੱਥੇ ਆ ਗਿਆ ਜਨਾਬ ਸਫਰ। ਠੀਕ ਹੈ, ਮਾਲੀ ਨੁਕਸਾਨ ਹੋਇਆ, ਕਿਸੇ ਦਾ ਜਾਨੀ ਹੋਇਆ ਸੀ, ਤੇ ਸਾਡੇ ਵਾਸਤੇ ਤੇ ਦੁਬਾਰਾ ਪਾਕਿਸਤਾਨ ਬਣਿਆ ਸੀ। ਠੀਕ ਹੈ। ਤੇ ਜਿਵੇਂ ਮਾਸਟਰ ਤਾਰਾ ਸਿੰਘ ਦਾ ਮੂੰਹ ਅਗਰ ਉਹਨਾਂ ਨੇ ਪਾਰਲੀਮੈਂਟ ਵੱਲ ਕੀਤਾ ਹੈ, ਅਗਰ 1984 ਦੀ ਉਸ ਯਾਦਗਾਰ ਦਾ ਮੂੰਹ ਵੀ ਪਾਰਲੀਮੈਂਟ ਵੱਲ ਹੀ ਹੋਏ ਤਾਂ ਕੀ ਇਹ ਫਿਰ ਕਾਮਯਾਬੀ ਨਹੀਂ ਕਹੀ ਜਾਏਗੀ? ਨਹੀਂ। ਹਾਂਜੀ, ਕਾਰਨ ਦੇਖੋ ਮੇਰੀ ਗੱਲ ਸੁਣੋ ਜੀ। ਜਿਨ੍ਹਾਂ ਸਿੱਖਾਂ ਨੇ, ਜਿਸ ਮਾਸਟਰ ਤਾਰਾ ਸਿੰਘ ਨੇ 45 ਸਾਲ ਕੌਮ ਦੀ ਸੇਵਾ ਕੀਤੀ ਸੀ, ਉਹਦਾ ਨਹੀਂ ਆਪਾਂ ਇਹਦੇ ਤੇ ਯਾਦਗਾਰ ਤੇ ਕਹਿ ਦੋ, ਸਾਡੇ ਕੋਲ ਸਮਾਂ 2-3 ਮਿੰਟ ਹੈਗਾ, ਪਲੀਜ਼। ਹਾਂਜੀ, ਦੇਖੋ ਗੱਲ ਸੁਣੋ, ਹੁਣ ਸਮਾਂ 2-3 ਮਿੰਟ ਹੈਗਾ ਤੇ ਉਹਦੇ ਚ ਮੈਂ ਆਪਣੀ ਗੱਲ ਦੀ ਦਲੀਲ ਦੇਣ ਦੇ ਲਈ ਥੋੜੀ ਜਿਹੀ ਗੱਲ ਕਰਾਂਗਾ। ਹਾਂਜੀ ਹਾਂਜੀ, ਪਰ ਉਹਨੇ ਜਿੰਨੀ ਹੈਗਾ ਤੇ ਫਿਰ ਤੇ ਨਹੀਂ ਦੋਨੋਂ। ਹਾਂਜੀ, ਬਹੁਤ ਅਸੀਂ ਧਿਆਨ ਨਾਲ ਸੁਣ ਰਹੇ, ਤੁਹਾਡੀ ਬਹੁਤ ਅਹਿਮ ਹੈ। ਜੀ ਜੀ, ਇਹ ਜਿਹੜੇ ਇਤਿਹਾਸਕ ਸਥਾਨ ਹਨ, ਹਾਂਜੀ ਹਾਂਜੀ, ਜਿਨ੍ਹਾਂ ਸਥਾਨਾਂ ਦੇ ਉੱਤੇ ਗੁਰੂ ਸਾਹਿਬਾਨ ਦੀਆਂ ਜਿਹੜੇ ਜਗ੍ਹਾ ਹਨ, ਉਹਨਾਂ ਤੇ ਕੋਈ ਹੋਰ ਜਗ੍ਹਾ ਬਣਾਉਣਾ ਜੀ, ਮੈਂ ਸਮਝਦਾ ਵਾਂ ਉੱਤੇ ਪਵਿੱਤਰਤਾ ਜਿਹੜੀ ਹੈਗੀ ਨੂੰ ਘਟਾਉਣ ਦੇ ਬਰਾਬਰ ਹੈ। ਤੁਹਾਡਾ ਮਤਲਬ ਗੁਰੂ ਸਾਹਿਬ ਦੇ ਸਥਾਨ ਤੇ ਕਿਸੇ ਸਿੱਖ ਦੀ ਯਾਦਗਾਰ ਨਹੀਂ ਬਣਨੀ ਚਾਹੀਦੀ? ਨਹੀਂ ਬਣਨੀ ਚਾਹੀਦੀ, ਬਿਲਕੁਲ। ਤੇ ਅਗਰ ਸਰਨਾ ਸਾਹਿਬ ਫਿਰ ਅਗਰ ਇਹ ਗੱਲ ਲੈ ਲਈ ਜਾਏ ਤਾਂ ਭਾਈ ਲੱਖੀ ਸ਼ਾਹ ਵਣਜਾਰਾ ਵੀ ਸਿੱਖ ਸੀ, ਜਿਹੜੇ ਯਾਦਗਾਰ ਥੋੜੀ ਬਣਾਈ ਹੈ, ਉਹਨਾਂ ਦੇ ਨਾਂ ਦੇ ਉੱਤੇ ਹੀ ਹੋ ਗਿਆ ਨਾ ਜੀ। ਅਗਰ ਉਹ ਸੁੱਖਾ ਸਿੰਘ ਮਹਿਤਾਬ ਸਿੰਘ ਦੀ, ਉਸਨੇ ਆਪਣਾ ਘਰ ਫੂਕਿਆ ਤੇ ਉਸਦੇ ਘਰ ਫੂਕਣ ਦੇ ਵਿੱਚ ਅਸੀਂ ਉਹਦਾ ਬਣਾਇਆ ਸਥਾਨ ਬਣਾਇਆ ਹੈਗਾ ਜੀ। ਬਿਲਕੁਲ, ਉਹਨਾਂ ਦੀ ਯਾਦ ਹੀ ਹੈ ਨਾ, ਲੱਖੀ ਸ਼ਾਹ ਵਣਜਾਰੇ ਦਾ ਨਾਂ ਲਿਖਿਆ ਉਹਦੀ। ਦੇਖੋ ਇੱਕ ਮਿੰਟ, ਉਸਨੇ ਉਸੇ ਜਗ੍ਹਾ ਦੇ ਉੱਤੇ ਆਪਣੇ ਸਾਰਾ ਕੁਝ ਵਾਰ ਦਿੱਤਾ ਕਰਦਾ, ਤੇ ਅਸੀਂ ਕਿਹਾ ਵੀ ਚਲੋ ਜੇ ਜਗ੍ਹਾ ਬਣਦੀਆਂ ਵੀ ਹਨ ਜੀ, ਇਹ ਜਗ੍ਹਾ ਜਿਹੜਾ ਉਸ ਵਕਤ ਜਿਨ੍ਹਾਂ ਨੇ ਫੈਸਲਾ ਲਿਆ ਉਸ ਵਕਤ, ਹਾਂਜੀ ਫੈਸਲਾ ਲਿਆ ਤਾਂ 30 ਹੋ ਗਏ ਜੀ ਜੀ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਆ, ਇਹ ਨਹੀਂ ਹੈਗੀ ਗੱਲ। ਹਾਂਜੀ, ਪਰ ਸਰਨਾ ਸਾਹਿਬ ਇੱਕ ਗੱਲ ਹੈ, ਮੈਂ ਇਹਨੂੰ ਨਾ ਇੱਕ ਛੋਟੇ ਜਿਹੇ ਲਫ਼ਜ਼ ਦੇ ਉੱਤੇ ਟੋਟਲ ਮਾਲ ਹਾਲ ਹੈ, ਬਿਲਕੁਲ ਹੈਗਾ ਇਟ ਇਜ਼ ਰਿਸਪੈਕਟ। ਹਾਂਜੀ, ਪਰ ਇਹ ਵੀ ਤੇ ਸਰਨਾ ਸਾਹਿਬ ਰਿਸਪੈਕਟ ਹੀ ਹੋਏਗੀ ਨਾ। ਦੇਖੋ ਨਹੀਂ, ਦੇਖੋ ਮੇਰੀ ਗੱਲ ਸੁਣੋ, ਇਹਦਾ ਮਤਲਬ ਸਾਡੀ ਇੱਕ ਗੱਲ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਸਾਨੂੰ ਬਾਹਰ ਅਸੀਂ ਕਿਉਂ ਨਾ ਬਣਾਈਏ? ਨਹੀਂ, ਉਹ ਵੱਖਰੀ ਗੱਲ ਹੈ, ਮਤਲਬ ਇੱਥੇ ਇਹ ਨਹੀਂ ਗੱਲ ਬਾਹਰ ਕਿਉਂ ਨਾ ਬਣਾਈਏ, ਠੀਕ ਹੈ, ਗੁਰਦੁਆਰੇ ਅੰਦਰ ਕਿਉਂ ਬਣਾਈਏ? ਹੁਣ ਮੇਰੇ ਮਨ ਦੇ ਵਿੱਚ ਇਹ ਵੀ ਗੱਲ ਆਉਂਦੀ ਪਈ ਹੈਗੀ ਵੀ ਕਿਉਂਕਿ ਰਕਾਬਗੰਜ ਦੇ ਕੰਪਲੈਕਸ ਦੇ ਵਿੱਚ ਰਿਹਾਇਸ਼ੀ ਮਕਾਨ ਹੈ, ਦਫ਼ਤਰ ਹੈ, ਫਲਾਣ ਹੈ, ਢੀਂਗ ਹੈ। ਸਾਡਾ ਜਿਹੜਾ ਨਵਾਂ ਪ੍ਰੋਜੈਕਟ ਸੀ, ਉਸ ਪ੍ਰੋਜੈਕਟ ਦੇ ਵਿੱਚ
ਅਸੀਂ ਕਿਹਾ ਵੀ ਗੁਰਦੁਆਰੇ ਦੀ ਪਵਿੱਤਰਤਾ 'ਚ ਕਮੀ ਨਹੀਂ ਆਣੀ ਚਾਹੀਦੀ। ਅਸੀਂ ਆਸ-ਪਾਸ ਸਾਰੀ ਕਿਸਮ ਦੀ ਬਰਾਂਡੇ ਬਣਾਤੇ ਸਨ ਔਰ ਉਹਦਾ ਨਾਂ ਗਿਆ ਤਾਂ ਕਿ ਇਹਦੇ ਅੰਦਰ ਕੋਈ ਨਾ ਹੋਵੇ ਜੀ। ਸਰਨਾ ਸਾਹਿਬ ਸਾਰੇ ਬਾਹਰ ਆਵਣ ਜੀ। ਮੈਂ ਸਿਰਫ ਬੜੀ ਛੋਟੀ ਗੱਲ ਕਰਾਂ ਜੀ। ਮੈਂ ਗੁਰਦੁਆਰਿਆਂ ਦੇ ਅੰਦਰ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਜਦ ਆਪਣਾ ਇਹਨਾਂ ਦੀ ਯਾਦ 'ਚ ਪੜਿਆ ਸੀ ਜੀ। ਅੱਛਾ, ਤੁਹਾਡੇ ਹਿਸਾਬ ਨਾਲ ਫਿਰ ਜਿਹੜਾ ਹਰਮੰਦਰ ਸਾਹਿਬ ਦੇ ਯਾਦਗਾਰ ਬਣਾਈ ਗਈ ਹੈ ਉਹ ਗਲਤ ਹੈ? ਮੈਂ ਗਲਤ ਨਹੀਂ ਕਹਿ ਰਿਹਾ, ਪਰ ਮੈਂ ਉਸੇ ਕਿਹਾ ਸੀ ਕਿ ਇਹ ਯਾਦਗਾਰ ਅੰਮ੍ਰਿਤਸਰ ਦੇ ਕਿਸੇ ਜਗ੍ਹਾ ਤੋਂ ਉੱਤੇ ਬਣਾਉਣੀ ਚਾਹੀਦੀ ਹੈ। ਉਸ ਵਕਤ ਜਿਹੜਾ ਬਿਆਨ ਠੀਕ ਹੈ, ਬਹੁਤ ਬਹੁਤ ਤੁਹਾਡਾ ਧੰਨਵਾਦ। ਗੁਰਦੁਆਰਾ ਜਿਹੜਾ ਨਹੀਂ ਠੀਕ ਜੀ ਜੀ ਜੀ, ਗੁਰਦੁਆਰੇ ਦੇ ਅੰਦਰ ਗੁਰਦੁਆਰਾ ਨਹੀਂ ਠੀਕ। ਠੀਕ ਹੈ, ਨਹੀਂ ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ, ਤੁਹਾਡੇ ਵਿਚਾਰ ਹੈਗੇ ਹੈ, ਪਰ ਗੁਰਦੁਆਰਿਆਂ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਭਾਵੇਂ ਲੱਖੀ ਸ਼ਾਹ ਵਣਜਾਰਾ ਹੈ, ਭਾਵੇਂ ਸੁੱਖਾ ਸਿੰਘ ਮਹਿਤਾਬ ਸਿੰਘ ਹੈ, ਜਾਂ ਜਿਨ੍ਹਾਂ ਨੇ ਵੀ ਕੁਰਬਾਨੀਆਂ ਕੀਤੀਆਂ, ਗੁਰੂ ਤੋਂ ਕੁਰਬਾਨ ਗਏ ਜਾਂ ਸਿੱਖ ਹੋਣ ਕਰਕੇ ਕੁਰਬਾਨੀਆਂ ਦਿੱਤੀਆਂ। ਸੁੱਖਾ ਸਿੰਘ ਮਹਿਤਾਬ ਸਿੰਘ ਦੀ ਕਈ ਦਰਬਾਰ ਸਾਹਿਬ ਅੰਦਰ ਯਾਦ ਬਿਲਕੁਲ, ਉੱਥੇ ਤੁਸੀਂ ਜਾਓ ਜਿੱਥੇ ਉਹਨਾਂ ਨੇ ਘੋੜੇ ਬੰਨੇ ਸੀ, ਉੱਥੇ ਬੋਰਡ ਲੱਗਾ। ਐਨੀਵੇ ਤੁਹਾਡੇ ਬੋਰਡ ਲੱਗਣਾ, ਬੋਰਡ ਬਣਾਉਣ ਨਾਲ ਯਾਦਗਾਰ ਥੋੜੀ ਹੋ ਗਈ। ਜੀ ਜੀ ਜੀ, ਬੋਰਡ ਜਿਹੜਾ ਰੱਖਿਆ ਸੀ ਉੱਥੇ ਬੋਰਡ ਲੱਗਾ, ਉਹ ਮੈਂ ਹੀ ਬੜਾ ਯਾਦਗਾਰ ਹੋ ਗਈ। ਹਾਂਜੀ ਜੀ, ਮਤਲਬ ਤੁਸੀਂ ਉਹਨਾਂ ਦੀ ਕੁਰਬਾਨੀ ਬਾਬਾ ਦੀਪ ਸਿੰਘ ਦੀ ਇਹ ਬੋਰਡ ਲੱਗਾ ਜੀ, ਬਾਬਾ ਦੀਪ ਸਿੰਘ ਦੀ ਸੁੱਖਾ ਉਹਨਾਂ ਦੀ। ਦੀਪ ਸਿੰਘ ਦੀ ਵੀ ਗੱਲ ਸੁਣ ਲਓ, ਜਦ ਅਸੀਂ ਛੋਟੇ ਹੁੰਦੇ ਆ ਦਰਬਾਰ ਸਾਹਿਬ ਜਾਂਦੇ ਸਨ ਨਾ, ਹਾਂਜੀ, ਇੱਕ ਥੜਾ ਬਣਿਆ ਹੁੰਦਾ ਸੀ, ਹਾਂਜੀ, ਫੋਟੋ ਲੱਗੀ ਹੋਈ ਸੀ ਪੁਰਾਣੀ, ਥੜਾ ਬਣਿਆ ਹੁੰਦਾ ਸੀ, ਲੋਕੀ ਉੱਤੇ ਮੱਥਾ ਟੇਕਦੇ ਸਨ। ਠੀਕ ਹੈ ਠੀਕ ਹੈ। ਤੇ ਉਸ ਵਕਤ ਬੜੇ ਚਿਰਾਂ ਬਾਅਦ ਜਦ ਨਵੀਂ ਇਹ ਹੋਈ ਤਾਂ ਉਹਨਾਂ ਨੇ ਉਹ ਜਿਹੜਾ ਥੜਾ ਸੀ ਗਾਇਬ ਕਰਤਾ ਵੀ। ਅੱਛਾ ਸਰਨਾ ਸਾਹਿਬ, ਮੇਰਾ ਅਖੀਰਲਾ ਸਵਾਲ ਹੈ ਕਿ ਜੇ ਅਗਰ ਦਿੱਲੀ ਗੁਰਦੁਆਰਾ ਕਮੇਟੀ ਇਹ ਫੈਸਲਾ ਕਰਕੇ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ, ਰੁਕਾਵਟਾਂ ਬੜੀਆਂ ਆਣਗੀਆਂ, ਤੇ ਕੀ ਅਗਰ ਕੱਲ ਨੂੰ ਤੁਹਾਡਾ ਫਿਰ ਦੁਬਾਰਾ ਆ ਜਾਂਦਾ ਹੈ, ਤੁਸੀਂ ਇਸ ਨੂੰ ਕਾਇਮ ਰੱਖੋਗੇ? ਦੇਖੋ ਇਹ ਸਵਾਲ ਹਾਲੇ ਬਹੁਤ ਜਲਦੀ ਹੈਗਾ। ਚਲੋ ਠੀਕ ਹੈ, ਟਾਈਮ ਲੱਗੇਗਾ। ਠੀਕ ਹੈ ਠੀਕ ਹੈ, ਬਹੁਤ ਬਹੁਤ ਮੈਂ ਕੋਈ ਇੱਥੇ ਡਿਕਟੇਟਰ ਨਹੀਂ ਲਗਾਇਆ। ਨਹੀਂ, ਮੈਂ ਤੁਹਾਨੂੰ ਵਧਾਈ ਦੇ ਰਿਹਾ ਸੀ ਆਉਣ ਵਾਲੇ ਸਮੇਂ ਲਈ। ਪਾਰਟੀ ਕੋਲ ਪੁੱਛਾਂਗੇ, ਬੁੱਧੀਜੀਵੀਆਂ ਕੋਲ ਪੁੱਛਾਂਗੇ। ਜੀ ਜੀ, ਠੀਕ ਹੈ ਠੀਕ ਹੈ। ਜਿਹੜੀ ਗੱਲ ਮੈਂ ਕਹਿ ਰਿਹਾ, ਮੈਂ ਕਹਿ ਰਿਹਾ ਸਾਡਾ ਜਿਹੜਾ ਉਹ ਪ੍ਰੋਜੈਕਟ ਸੀ ਉਹ ਇਤਨਾ ਵਧੀਆ ਸੀ ਕਿ ਆਸ-ਪਾਸ ਦੀਆਂ ਸਾਰੀਆਂ ਬਿਲਡਿੰਗਾਂ ਜਿਹੜੀਆਂ ਸਨ ਉਹ ਖੂਬਸੂਰਤੀ ਵੱਲੋਂ ਔਰ ਉਸ ਵੱਲੋਂ ਫੇਲ ਹੋ ਜਾਣੀਆਂ ਸਨ। ਚਲੋ ਹੈਗਾ ਵੀ ਕਿਧਰੇ ਇਹ ਨਹੀਂ ਮਿਲ ਕੇ ਉਹਦੇ ਨਾਲ ਆ ਕੇ ਬਣਾ ਰਹੇ ਹੋਣ ਵੀ ਇਹ ਪ੍ਰੋਜੈਕਟ ਜਿਹੜਾ ਇੱਥੇ ਪੂਰਾ ਨਾ ਹੋਵੇ। ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਸਰਨਾ ਸਾਹਿਬ। ਮੈਨੂੰ ਅਫਸੋਸ ਹੈ ਕਿ ਮੈਂ ਤੁਹਾਡਾ ਪੂਰਾ ਟਾਈਮ ਕੋਸ਼ਿਸ਼ ਕਰਨ ਦੇ ਬਾਵਜੂਦ ਨਹੀਂ ਫਿਰ ਕਿਸੇ ਦੇ ਜੀ ਤੁਸੀਂ ਜਿਤਨਾ ਲਿਆ ਉਤਨਾ ਹੀ ਬਹੁਤ। ਨਹੀਂ, ਬਹੁਤ ਬਹੁਤ ਧੰਨਵਾਦ ਤੁਹਾਡਾ, ਦਿਲੋਂ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਹਾਂਜੀ ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਤੁਸੀਂ ਸਰਨਾ ਸਾਹਿਬ ਦੇ ਨਾਲ ਗੱਲਬਾਤ ਸੁਣ ਰਹੇ ਸੀ ਜੀ, ਕੌਣ ਬੋਲ ਰਹੇ ਹੋ? ਮੈਂ ਰਘਬੀਰ ਸਿੰਘ ਖੰਨਾ ਬੋਲ ਰਿਹਾ, ਨਿਊ ਜਰਸੀ ਤੋਂ ਜੀ। ਖੰਨਾ ਸਾਹਿਬ ਜੀ, ਆਇਆਂ ਨੂੰ ਹੁਕਮ ਕਰੋ। ਮੈਂ ਤਾਂ ਸਿਰਫ ਇਹੀ ਹੈ ਕਿ ਤੁਸੀਂ ਟੀਵੀ ਦੀ ਆਵਾਜ਼ ਬੰਦ ਕਰੋ ਭਾਈ ਸਾਹਿਬ। ਹਾਂ ਕਰਤੀ, ਮੈਂ ਤੇ ਟੀਵੀ ਦੀ ਆਵਾਜ਼ ਬੰਦ ਕਰਤੀ। ਹਾਂਜੀ, ਮੈਂ ਆਪਣੀ ਨੌਲੇਜ ਵਾਸਤੇ ਹੀ ਪੁੱਛਣਾ ਚਾਹੁੰਦਾ ਕਿ ਮੇਰੀ 68 ਈਅਰ ਦੀ ਉਮਰ ਹੈ ਜੀ ਜੀ। ਦਿੱਲੀ ਨਾਲ ਮੇਰਾ ਬੜਾ ਵੱਡਾ ਰਾਬਤਾ ਹੈ, ਪਰ ਮੈਂ ਮਾਸਟਰ ਤਾਰਾ ਸਿੰਘ ਦੀ ਕਿਤੇ ਬੁੱਤ ਕਿਧਰੇ ਦੇਖਿਆ ਨਹੀਂ। ਅੱਛਾ ਅੱਛਾ, ਨਹੀਂ ਹੋਏਗਾ ਉਹ ਬਿਲਕੁਲ ਪਾਰਲੀਮੈਂਟ ਦੇ। ਮੈਂ ਤੁਹਾਨੂੰ ਦੱਸਦਾ, ਤੁਸੀਂ ਜਦੋਂ ਰਕਾਬਗੰਜ ਸਾਹਿਬ ਜਾਓਗੇ ਨਾ, ਉਹ ਜਿਹੜਾ ਮੋੜ ਹੈਗਾ, ਚੌਕ ਹੈਗਾ, ਉਸ ਚੌਕ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਦੇ ਵੱਲ ਉਹਦੇ ਵਿੱਚ ਫੁੱਟਪਾਥ ਹੈਗਾ, ਔਰ ਉਸ ਕੋਨੇ ਦੇ ਵਿੱਚ ਉਹ ਲੱਗਾ ਹੋਇਆ ਪਾਰਲੀਮੈਂਟ ਵਿੱਚ ਉਹਦਾ ਮੂੰਹ ਹੈਗਾ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ। ਚਲੋ ਮੈਂ ਤਾਂ ਇਹ ਇੱਕ ਨਈ ਨੌਲੇਜ ਸੀ ਮੇਰੇ ਵਾਸਤੇ। ਮੈਂ ਕਿਹਾ ਵੀ ਅਸੀਂ ਵੈਸੇ ਤਾਂ ਠੀਕ ਹੈ ਠੀਕ ਹੈ ਪੜ੍ਹੀ ਹੈ, ਮਾਸਟਰ ਜੀ ਦੇ ਬਾਰੇ ਅਸੀਂ ਬੜਾ ਕੁਝ ਸੁਣਿਆ ਹੈ। ਠੀਕ ਹੈ ਜੀ, ਠੀਕ ਹੈ, ਬਹੁਤ ਬਹੁਤ ਧੰਨਵਾਦ, ਧੰਨਵਾਦ ਤੁਹਾਡਾ, ਸ਼ੁਕਰੀਆ, ਥੈਂਕ ਯੂ। ਹੈਲੋ ਹੈਲੋ ਹਾਂਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਹਾਂਜੀ ਹਾਂਜੀ, ਵਾਹਿ ਜੀ ਫਤਿਹ। ਪਸੀਨ ਸਾਹਿਬ, ਹਾਂਜੀ ਹੁਕਮ ਕਰੋ। ਦੇਖੋ ਸਰਨਾ ਸਾਹਿਬ ਜੋ ਕਹਿ ਰਹੇ ਨਾ, ਮੈਨੂੰ ਟਿੱਲੇ ਬਣਾਵਾਂਗੇ, ਹਾਂਜੀ, ਉੱਥੇ ਕੌਣ ਜਾਏਗਾ? ਪਹਿਲਾਂ ਤੇ ਦੱਸੋ, ਮੈਨੂੰ ਟਿੱਲੇ ਦਾ ਕਿਸੇ ਨੂੰ ਕੀ ਪਤਾ ਕਿ ਕਿੱਥੇ ਹੈਗਾ ਮੈਨੂੰ ਟਿੱਲਾ? ਜੀ 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 ਜੀ, ਇਹ ਜਿਹੜਾ ਉਹ ਕਾਬਗੰਜ ਸਾਹਿਬ ਹੀ ਬਣਾ ਰਹੇ ਨੇ, ਸਾਰੇ ਆਣਗੇ, ਨੇੜੇ ਹੈਗੇ, ਉਹ ਸਾਰੇ ਜਿਹੜੇ ਬਾਹਰੋਂ ਵੀ ਆਣਗੇ ਉਹ ਵੀ ਦੇਖਣ ਜਾਣਗੇ। ਜੀ ਜੀ ਜੀ, ਬਹੁਤ ਬਹੁਤ ਬਿਲਕੁਲ ਸਹੀ ਹੈ। ਔਰ ਇਸੇ ਕਰਕੇ ਹੀ ਰੁਕਾਵਟ ਜਿਹੜੀ ਹੈ, ਪਰ ਉਹ ਜਿਵੇਂ ਪਹਿਲੇ ਉਹਨਾਂ ਨੇ ਕਿਹਾ ਕਿ ਅਸੀਂ ਡਾਇਲਿਊਟ ਕਰਨਾ ਚਾਹੁੰਦੇ ਹਾਂ, ਇਹਨੂੰ ਵਿੱਚੇ ਸਾਰੇ ਮਿਲਾ ਦਿਓ,
ਫਿਰ ਤਾਂ 1900 ਮੇਰਾ ਖਿਆਲ ਹੈ 1469 ਤੋਂ ਲੈ ਕੇ ਸਾਰੀਆਂ ਯਾਦਗਾਰਾਂ ਇਕੱਠੀਆਂ ਕਰ ਦੇਣੀ ਚਾਹੀਦੀ ਹੈ, ਕਿਉਂਕਿ ਜਿਹੜੀ ਘਟਨਾ ਜਿੱਥੇ ਵਾਪਰੇ ਉੱਥੇ ਹੀ ਹੋਏਗਾ। ਜਲਿਆਂਵਾਲਾ ਬਾਗ ਜਲਿਆਂਵਾਲੇ ਬਾਗ ਬਣੇਗਾ, ਜੇ ਇੱਥੇ ਕੋਈ ਘਟਨਾ ਵਾਪਰਦੀ ਹੈ ਇੱਥੇ ਹੀ ਬਣੇਗੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ। ਹਾਂਜੀ ਜੀ, ਮੈਂ ਏਰੀਆ। ਹਾਂਜੀ ਹਾਂਜੀ, ਯੂ ਆਰ ਔਨ 에ਅਰ। ਕੌਣ ਬੋਲ ਰਹੇ ਜੀ? ਮੇਰਾ ਨਾਮ ਜੀ ਅਮਰਬੀਰ ਸਿੰਘ ਹੈ ਜੀ। ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਬੀਰ ਸਿੰਘ ਜੀ, ਜੀ ਆਇਆਂ ਨੂੰ। ਜੀ ਨਰਮਾ ਸਾਹਿਬ ਜੀ, ਬਹੁਤ ਧੰਨਵਾਦ ਤੁਹਾਡਾ ਜੀ। ਜੀ ਜੀ, ਹੁਕਮ ਕਰੋ, ਕੀ ਦੱਸਣਾ ਚਾਹੁੰਦੇ ਹੋ? ਬਹੁਤ ਵਧੀਆ ਲੱਗਾ ਜੀ। ਇਹ ਸਰਨਾ ਸਾਹਿਬ ਨੂੰ ਕੋਈ ਜਵਾਬ ਨਹੀਂ ਫਿਰ ਹੁੰਦਾ, ਫਿਰ ਗੱਲਾਂ ਗੋਲ ਮੋਲ ਹਰ ਵੀ ਕਈ ਵਾਰੀ ਇੰਟਰਵਿਊ ਸੁਣੀ ਗੋਲ ਮੋਲ ਬਹੁਤ ਕਰਦੇ ਆ। ਸੋ ਕੋਈ ਸਿੱਕੇ ਬੰਦੇ ਜਵਾਬ ਤੋਂ ਇਹਨਾਂ ਕੋਲ ਹੈ ਨਹੀਂ, ਪਰ ਤੁਹਾਡਾ ਬਹੁਤ ਧੰਨਵਾਦ, ਤੁਸੀਂ ਵਧੀਆ ਸੇਵਾ ਕਰ ਰਹੇ ਹੋ। ਥੈਂਕ ਯੂ ਤੁਹਾਡਾ ਬਹੁਤ ਧੰਨਵਾਦ। ਉਹਨਾਂ ਨੂੰ ਜਵਾਬ ਨਹੀਂ ਸੀ ਆ ਰਿਹਾ, ਮੈਨੂੰ ਸਵਾਲ ਨਹੀਂ ਸੀ ਆ ਰਹੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ। ਤੁਸੀਂ ਸਾਡੇ ਨਾਲ ਬਣੇ ਰਹੋ ਔਰ ਆਪਣੇ ਵਿਚਾਰ ਸਾਨੂੰ ਜ਼ਰੂਰ ਫੋਨ ਕਰੋ 516 825 0006 ਤੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਦਿੱਲੀ ਦੇ ਵਿੱਚ ਹੋਏ ਕਤਲੇਆਮ ਦੀ ਯਾਦਗਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਰਕਾਬਗੰਜ ਸਾਹਿਬ ਦੇ ਕੰਪਲੈਕਸ ਦੇ ਅੰਦਰ, ਜਿੱਥੇ ਹੋਰ ਵੀ ਦਿੱਲੀ ਗੁਰਦੁਆਰਾ ਕਮੇਟੀ ਦੇ ਦਫ਼ਤਰ ਹਨ, ਲੱਖੀ ਸ਼ਾਹ ਵਣਜਾਰਾ ਹਾਲ ਹੈ ਅਤੇ ਹੋਰ ਯਾਦਗਾਰਾਂ ਹਨ, ਮਾਸਟਰ ਤਾਰਾ ਸਿੰਘ ਜੀ ਦਾ ਬੁੱਤ ਵੀ ਲੱਗਾ ਹੈ, ਉੱਥੇ ਹੀ ਇਹ ਯਾਦਗਾਰ ਮੈਮੋਰੀਅਲ ਬਣੇਗਾ, ਜਿਸ ਦੇ ਉੱਤੇ ਸਰਨਾ ਸਾਹਿਬ ਨੂੰ ਇਤਰਾਜ਼ ਸੀ ਔਰ ਉਹਨਾਂ ਦੇ ਵਿਚਾਰ ਤੁਸੀਂ ਸੁਣੇ। ਹੁਣ ਤੁਹਾਡੇ ਵਿਚਾਰਾਂ ਦੀ ਲੋੜ ਹੈ, ਤੁਸੀਂ ਸਾਨੂੰ ਕਾਲ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ। ਹੈਲੋ। ਹਾਂਜੀ, ਪਿਆਰਾ ਸਿੰਘ ਬੋਲਦਾ ਜੀ। ਜੀ ਜੀ ਜੀ, ਪਿਆਰਾ ਸਿੰਘ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਮੈਂ ਥੋੜਾ ਕੁਝ ਕਹਿਣਾ ਚਾਹੁੰਦਾ ਇਹਦੇ ਬਾਰੇ। ਜ਼ਰੂਰ, ਸੰਖੇਪ ਵਿੱਚ ਬੇਨਤੀ ਹੈ। ਸੰਖੇਪ ਵਿੱਚ ਜੀ। ਸਾਰੇ ਸੰਸਾਰ ਵਿੱਚ ਯਾਦਗਾਰਾਂ ਬਣੀਆਂ ਹੋਈਆਂ, ਅਸੀਂ ਅੱਖੀਂ ਵੇਖਦੇ ਜੀ ਜੀ। ਦਿੱਲੀ ਵਾਸੀਆਂ ਉੱਤੇ ਜਿਹੜਾ ਜ਼ਬਰ ਜ਼ੁਲਮ ਔਰ ਯਾਦਗਾਰ ਬਣਾਉਣੀ ਚਾਹੀਦੀ ਹੈ, ਇਹ ਠੀਕ ਹੈ ਜੀ। 84 ਵਿੱਚ ਕਿਸ ਨੇ ਕਿਉਂ ਮਾਰਿਆ, ਉਹ ਅੱਗੋਂ ਆਉਣ ਵਾਲੀ ਪੀੜ੍ਹੀ ਨੂੰ ਚੇਤੇ ਰੱਖਣਾ ਇਹ ਠੀਕ ਰਹੇਗਾ ਜੀ ਜੀ। ਕਿਸ ਨੇ ਕਿਸ ਨੂੰ ਸਿੱਖ ਕਤਲੇ ਆਮ ਦੇ ਇਹ ਕਾਂਡ ਕਰਨ ਵਾਸਤੇ ਉਕਸਾਇਆ, ਉਹਦਾ ਵੇਰਵਾ ਵੀ ਨਾਲ ਦੇਣਾ ਚਾਹੀਦਾ ਜੀ ਜੀ। ਸਰਕਾਰ ਨੇ ਸਰਕਾਰੀ ਮਸ਼ੀਨਰੀ ਤੇ ਉਸਨੇ ਕੀ ਰੋਲ ਨਿਭਾਇਆ, ਉਹ ਪਲੇਟ ਵੀ ਲੱਗਣੀ ਚਾਹੀਦੀ। ਕਿਉਂਕਿ ਜਿਵੇਂ ਪਿਛਲੇ ਕਾਂਡ ਅਸੀਂ ਦੇਖਦੇ ਹਾਂ, ਜਲਿਆਂਵਾਲਾ ਬਾਗ, ਉਹ ਮਨੁੱਖੀ ਕਾਂਡ ਦਾ ਉਹ ਯਾਦ ਹੈ, ਉਹਦਾ ਕਾਰਨ ਕੀ ਸੀ ਪਤਾ ਹੈ। ਸੋ ਤੁਹਾਡੇ ਹਿਸਾਬ ਨਾਲ ਇਹ ਰਕਾਬਗੰਜ ਸਾਹਿਬ ਵਿੱਚ ਜਿਹੜਾ ਫੈਸਲਾ ਹੈ, ਇਹ ਸਹੀ ਹੈ? ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਹੈਲੋ ਹੈਲੋ। ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ? ਹਾਂਜੀ ਹਾਂਜੀ ਭਾਈ ਸਾਹਿਬ, ਤੁਸੀਂ ਅਗਰ ਬੇਨਤੀ ਹੈ ਸਾਡੀ, ਦੋਨੋਂ ਹੱਥ ਜੋੜ ਕੇ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰਿਆ ਕਰੋ ਜੀ। ਹੁਕਮ ਕਰੋ, ਕੀ ਕਹਿਣਾ ਚਾਹੁੰਦੇ? ਕਿੱਥੋਂ ਬੋਲ ਰਹੇ ਹੋ ਤੁਸੀਂ? ਕੌਣ ਬੋਲ ਰਹੇ? ਕੈਨੇਡਾ ਤੋਂ ਬੋਲ ਰਹੇ ਹਾਂ ਜੀ। ਤੇ ਚਲੋ ਦਾਸ ਐਡੇ ਮਤਲਬ ਕਹਿਣ ਦਾ ਕਾਬਲ ਨਹੀਂ ਹੈਗਾ। ਨਹੀਂ, ਨਾਮ ਆਪਣਾ ਦੱਸ ਦਿਓ ਵੀਰ ਜੀ। ਹਾਂਜੀ, ਸੁਖਵਿੰਦਰ ਬੋਲ ਰਿਹਾ ਜੀ ਵੀਰ ਜੀ। ਜੀ ਹੁਕਮ ਕਰੋ ਵੀਰ ਜੀ। ਹੁਕਮ ਨਹੀਂ ਜੀ, ਅਰਜ਼ ਆ ਜੀ। ਹਾਂਜੀ ਹਾਂਜੀ। ਅਸੀਂ ਵੇਖੋ ਜੀ, ਲੜ ਰਹੇ ਹਾਂ ਆਪਣੀਆਂ ਯਾਦਗਾਰਾਂ ਵਾਸਤੇ। ਹਾਂਜੀ, ਆਹ ਯਾਦਗਾਰ ਲੱਗ ਜੇ, ਆਹ ਯਾਦਗਾਰ ਲੱਗ ਜੇ। ਹਾਂਜੀ ਹਾਂਜੀ। 1984 ਦੇ ਵਿੱਚ ਜਿਹੜਾ ਸਿੱਖ ਕਤਲੇਆਮ ਹੋਇਆ ਵਾ, ਉਹਨੂੰ ਤੇ ਅਸੀਂ ਇਨਸਾਫ ਨਹੀਂ ਦਿਵਾ ਸਕੇ। ਵੇਖੋ, ਉਹਨਾਂ ਨੂੰ ਜਿੰਦਿਆਂ ਨੂੰ ਸਾੜਿਆ ਗਿਆ। ਇਹ ਯਾਦਗਾਰਾਂ ਨੂੰ ਤੁਸੀਂ ਸਾਈਡ ਤੇ ਛੱਡੋ, ਪਹਿਲਾਂ ਉਹਨਾਂ ਨੂੰ ਤੇ ਇਨਸਾਫ ਦਿਵਾ ਦਈਏ ਆਪਾਂ। ਜਿਹੜੇ ਬੰਦੇ ਕੀ ਕਹਿੰਦੇ ਨੇ, ਉਹਨਾਂ ਵਾਸਤੇ, ਆਪਣੀ ਕੌਮ ਵਾਸਤੇ ਜਦੋਂ 84 ਦੇ ਦੰਗੇ ਹੋਏ ਨੇ, ਜਿੰਦਿਆਂ ਨੂੰ ਸਾੜਿਆ ਗਿਆ। ਤੁਹਾਨੂੰ ਵੀ ਪਤਾ ਵਾ ਵੀ ਸਭ ਕੁਝ। ਜੀ ਬਿਲਕੁਲ ਭਾਈ ਸਾਹਿਬ, ਗੱਲ ਇਹ ਹੈ ਕਿ ਇਹ ਜਿਹੜਾ ਯਾਦਗਾਰ ਬਣਨੀ ਹੀ ਇੱਕ ਬਹੁਤ ਵੱਡਾ ਐਲਾਨਨਾਮਾ ਹੁੰਦਾ ਹੈ ਕਿ ਉਹ ਮਸਲੇ ਨੂੰ ਸਿੱਖਾਂ ਨੇ ਭੁਲਾਇਆ ਨਹੀਂ। ਉਹ ਕਾਰਵਾਈ ਚੱਲਦੀ ਹੈ, ਉਹ ਨਾਲੋਂ ਨਾਲ ਚੱਲਣਗੀਆਂ। ਪਰ ਤੁਹਾਡੇ ਹਿਸਾਬ ਨਾਲ ਇਹ ਯਾਦਗਾਰ ਬਣਨੀ ਚਾਹੀਦੀ ਹੈ ਕਿ ਨਹੀਂ ਬਣਨੀ ਚਾਹੀਦੀ? ਸਿਰਫ ਇੰਨਾ ਸਵਾਲ ਦਾ ਜਵਾਬ ਹਾਂ ਜਾਂ ਨਾ 'ਚ ਦਿਓ ਤੁਸੀਂ। ਮੈਂ ਤਾਂ, ਮੇਰੀ ਕਾਲ ਨਾ ਕੱਟਿਓ। ਯਾਦਗਾਰ ਤੇ ਹਰ ਮਤਲਬ ਬਣਨੀ ਚਾਹੀਦੀ ਆ। ਬਸ ਇੰਨਾ ਹੀ ਹੈ ਫਿਰ ਆਪਾਂ ਨਾ, ਕਿਉਂਕਿ ਸਮਾਂ ਬਹੁਤ ਥੋੜਾ ਹੈ। ਇੱਕ ਮਿੰਟ ਮੇਰੀ ਇੱਕ ਮਿੰਟ ਲਓ ਜੀ। ਹਾਂਜੀ ਹਾਂਜੀ, ਦੱਸੋ। ਹਾਂਜੀ, ਤੁਸੀਂ ਉਸ ਬੰਦੇ ਦੀ ਯਾਦਗਾਰ ਬਣਾਉਣ ਦੇ
ਉੱਤੇ ਲੱਗੇ ਹੋਏ ਜੇ ਜਿਸ ਬੰਦੇ ਨੂੰ 1947 ਦੇ ਵਿੱਚ ਦੇਸ਼ ਆਜ਼ਾਦ। ਭਾਈ ਸਾਹਿਬ ਗੱਲ ਜਿਹੜੀ ਹੈ ਅੱਜ ਦੀ, ਅਗਰ 1984 ਦੀ ਜਿਹੜਾ ਹੈਗਾ ਕਾਂਡ ਦੀ ਗੱਲ ਕਰੋ, ਜਿਹੜੇ ਹੋਰ ਪ੍ਰੋਗਰਾਮ ਅਸੀਂ ਉਹਨੂੰ ਜਿਵੇਂ ਉਹ ਕਹਿ ਰਹੇ ਸੀ 1947 ਔਰ 1978 ਮਿਲਾਣਾ, ਉਹ ਫਿਰ ਉਹਨੂੰ ਦੁਬਦਾ ਪੈਦਾ ਕਰੇਗਾ। ਬਹੁਤ ਬਹੁਤ ਧੰਨਵਾਦ। ਹੈਲੋ, ਹਾਂਜੀ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ ਭਾਈ ਸਾਹਿਬ? ਹੈਲੋ ਹੈਲੋ ਹੈਲੋ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰਿਆ ਕਰੋ, ਸਾਨੂੰ ਤੁਹਾਡਾ ਸੁਨੇਹਾ ਨਹੀਂ ਮਿਲਦਾ ਜੀ। ਹੁਕਮ ਕਰੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਫਲੋਰੀਡਾ ਤੋਂ ਬਲਜੀਤ ਕੌਰ ਮਾਨ ਬੋਲ ਰਹੀ ਹਾਂ ਜੀ ਭੈਣ ਜੀ, ਹਾਂਜੀ ਦੱਸੋ ਬਲਜੀਤ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪਹਿਲੀ ਗੱਲ ਤਾਂ ਅਫਸੋਸ ਇਹ ਹੈ ਕਿ ਸਰਨਾ ਸਾਹਿਬ ਬਹੁਤ ਹਾਵੀ ਹੋਏ ਰਹੇ ਆ, ਉਹ ਤੁਹਾਡੀ ਗੱਲ ਨਹੀਂ ਸੀ ਸੁਣਦੇ, ਬਿਲਕੁਲ ਐਟੀਕੇਟ ਨਹੀਂ ਸੀ ਜੀ। ਦੂਸਰੀ ਗੱਲ ਇਹ ਹੈ ਕਿ ਯਾਦਗਾਰ ਬਿਲਕੁਲ ਬਣਨੀ ਚਾਹੀਦੀ ਹੈ। ਇਹ 1984 ਦੀ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗੇਗਾ ਕਿ ਕਾਂਗਰਸ ਸਰਕਾਰ ਨੇ ਸਿੱਖਾਂ ਦੇ ਨਾਲ ਕੀ ਕੁਝ ਕੀਤਾ। 100% ਅਸੀਂ ਸਾਰੇ ਸਹਿਮਤ ਹਾਂ ਕਿ ਜਿੱਥੇ ਡਿਸਾਈਡ ਹੋਇਆ ਉੱਥੇ ਬਣਨੀ ਚਾਹੀਦੀ। ਬਹੁਤ 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 ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਔਰ ਇਹ ਤੁਹਾਡੀ ਆਵਾਜ਼ ਨਹੀਂ, ਇਹ ਪੰਥ ਦੀ ਆਵਾਜ਼ ਹੈ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ ਲਾਂਬਾ ਸਾਹਿਬ, ਮੈਂ ਸ਼ਮਸ਼ੇਰ ਸਿੰਘ ਲਾਸ ਏਂਜਲਸ ਤੋਂ ਬੋਲਦਾ ਜੀ। ਜੀ ਸਰ ਸ਼ਮਸ਼ੇਰ ਸਿੰਘ ਜੀ, ਜੀ ਆਇਆਂ ਜੀ। ਨੂੰ। ਦੇਖੋ, ਜੋ ਕੱਲ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਫੈਸਲਾ ਕੀਤਾ, ਜੀ, ਬਹੁਤ ਹੀ ਚੰਗਾ ਫੈਸਲਾ ਕੀਤਾ ਉਹਨਾਂ ਨੇ ਜੀ, ਯਾਦਗਾਰ ਬਣਾਉਣ ਦਾ। ਜੀ, ਇਹ ਯਾਦਗਾਰ ਬਣਨੀ ਚਾਹੀਦੀ ਆ। ਮੈਂ ਇੱਕ ਗੱਲ ਦੀ ਮੈਂ ਗੁਸਤਾਖੀ ਮੰਗਦਾ ਕਿ ਸਰਨਾ ਸਾਹਿਬ ਨਾਲ ਹੋਈ ਗੱਲਬਾਤ ਤੋਂ ਸਾਨੂੰ ਨਮੋਸ਼ੀ, ਸਾਨੂੰ ਸ਼ਰਮ ਮਹਿਸੂਸ ਹੋਈ ਆ ਕਿ ਅਜਿਹੇ ਵਿਅਕਤੀ ਵੀ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਰਹੇ ਨੇ। ਥੈਂਕ ਯੂ ਵੈਰੀ ਮਚ। ਆਪਾਂ ਕਿਸੇ ਦਾ ਦੇਖੋ, ਅਗਲੇ ਨੇ ਆਪਣੀ ਸਮਝ ਮੁਤਾਬਕ ਬੜਾ ਲੰਬਾ ਸਮਾਂ ਸੇਵਾ ਕੀਤੀ ਹੈ। ਬਾਕੀ ਸਹਿਮਤ ਹੋਣਾ ਜਾਂ ਨਾ ਹੋਣਾ ਇਹ ਵੱਖਰੀ ਗੱਲ ਹੈ, ਪਰ ਅਸੀਂ ਬਲੈਂਕਟ ਨਹੀਂ ਕਹਿ ਸਕਦੇ, ਇਦਾਂ ਨਾ ਕਹੀਏ। ਬਹੁਤ ਬਹੁਤ ਧੰਨਵਾਦ। ਹੈਲੋ, ਹਾਂਜੀ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਮਲਕੀਤ ਸਿੰਘ ਮੈਂ ਜੀ। ਮਲਕੀਤ ਸਿੰਘ ਜੀ, ਹੁਕਮ ਕਰੋ, ਕੀ ਕਹਿਣਾ? ਸਰਨਾ ਸਾਹਿਬ ਦੀ ਗੱਲ ਦਾ ਇੱਕ ਮੈਂ ਉਹਨਾਂ ਤੋਂ ਪੁੱਛਣਾ ਚਾਹਣਾ ਵੀ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਅੰਮ੍ਰਿਤਸਰ ਚ ਸ਼ਹੀਦ ਨਹੀਂ ਸੀ ਹੋਏ, ਉਹਨਾਂ ਨੇ ਮੱਸੇ ਰੰਗ ਦਾ ਸਿਰ ਵੱਢਿਆ ਸੀ। ਹਾਂਜੀ ਹਾਂਜੀ ਹਾਂਜੀ। ਇੱਕ ਗੱਲ ਹੋਰ, ਹਾਂਜੀ, ਇਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੂੰਗਾ, ਤੁਹਾਨੂੰ ਇੱਥੇ ਕੋਈ ਜ਼ਿਆਦਾ ਇੰਟਰਫੇਅਰ ਕਰਨ ਦੀ ਲੋੜ ਨਹੀਂ। ਜੀ। ਇਹਨਾਂ ਦਾ ਕੋਈ ਵੀ ਪੰਥ ਦਾ ਕੰਮ ਹੁੰਦਾ, ਇਹਨਾਂ ਨੇ ਵਿੱਚ ਸਿਰ ਢਾਲਣਾ ਹੁੰਦਾ। ਜੀ 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 ਜੀ। ਆਪਦੀਆਂ ਰੋਟੀਆਂ ਸੇਕਣੀਆਂ। ਠੀਕ ਹੈ, ਠੀਕ ਹੈ। ਨਹੀਂ ਮੈਂ ਇਹਨਾਂ ਨੂੰ ਇੱਕ ਗੱਲ ਹੋਰ ਪੁੱਛਣੀ ਚਾਹੂੰ। ਹਾਂਜੀ। ਸਰਨਾ ਸਾਹਿਬ ਦੇ ਪਰਿਵਾਰ ਵਿੱਚ ਜੀ ਲੋਕਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪੰਥ ਵਾਸਤੇ, ਕਿੰਨੇ ਇਹਨਾਂ ਦੇ ਪਰਿਵਾਰ ਚ ਗਏ, ਕੀ ਇਹਨਾਂ ਨੇ ਆਪਾਂ ਵੀਰ ਜੀ, ਮੇਰਾ ਖਿਆਲ ਹੈ ਸਰ ਮਲਕੀਤ ਸਿੰਘ ਜੀ, ਅਸੀਂ ਨਿੱਜੀ ਪੱਧਰ ਤੇ ਨਾ ਲੈ ਕੇ ਜਾਈਏ ਗੱਲਬਾਤ ਨੂੰ। ਮੁੱਦਾ ਬਹੁਤ ਛੋਟਾ ਹੈ। ਉਹਨਾਂ 84 ਦੇ ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਬਣਨੀ ਚਾਹੀਦੀ ਹੈ। ਯਹੂਦੀਆਂ ਦੇ ਜਗ੍ਹਾ ਜਗ੍ਹਾ ਦੇ ਉੱਤੇ ਮੈਮੋਰੀਅਲਸ, ਉਹਨਾਂ ਦੇ ਜਿਹੜੇ ਮਿਊਜ਼ੀਅਮਸ ਬਣੇ ਹੋਏ ਹੈ, ਸਾਰੀ ਦੁਨੀਆ 'ਚ ਬਣੇ ਹੋਏ ਹੈ। ਇਹ ਜ਼ਿੰਦਾ ਕੌਮਾਂ ਆਪਣੀ ਯਾਦ ਬਣਾਉਣ ਵਿੱਚ ਕਾਮਯਾਬ ਹੁੰਦੀਆਂ। ਸੋ ਇਸ ਕਰਕੇ ਅਸੀਂ ਨੁਕਤੇ ਤੇ ਰਹੀਏ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ ਹੈਲੋ, ਤੁਹਾਡਾ ਲਾਈਨ ਸ਼ਾਇਦ ਨਹੀਂ ਮਿਲ ਰਹੀ। ਹੈਲੋ 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 ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਲਾਂਬਾ ਸਾਹਿਬ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਸੀ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਬੋਲ ਰਿਹਾ ਫਰੇਜ਼ੋ, ਕੈਲੀਫੋਰਨੀਆ ਤੋਂ। ਜੀ, ਕੌਣ ਬੋਲ ਰਹੇ ਜੀ? ਤੁਸੀਂ ਪ੍ਰੋਗਰਾਮ ਕਿੱਥੋਂ ਕਰਦੇ ਜੀ? ਨਿਊਯਾਰਕ ਤੋਂ ਜੀ। ਹੁਕਮ ਕਰੋ, ਦੱਸੋ। ਨਹੀਂ, ਤੁਹਾਡੇ ਪ੍ਰੋਗਰਾਮ ਬਹੁਤ ਹੀ ਸੋਹਣੇ ਹੁੰਦੇ ਆ, ਮੈਂ ਤਾਂ ਤੁਹਾਨੂੰ ਵਧਾਈ ਦੇਣਾ ਮੰਗਦਾ ਜੀ।